ਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਫਤਿਹ ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਬੋਲੇ ਤਿਨ ਮੈਂ ਹੁਤੇ ਜੋ ਸਿਆਨੇ। ਇਸ ਬਿਦ ਗਿਆਨ ਹਿਰਦੇ ਆਮ ਜਾਣੇ। ਈਸ਼ਵਰ ਤੇ ਵਿਚਰੇ ਜਬ ਜਨਮੈ। ਮਰੇ ਮਿਲਤ ਈਸ਼ਵਰ ਕੇ ਤਨ ਮੈਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੰਧਿਆ ਸਮੇਂ ਦੇ ਸਜੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਨੂੰ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਰੱਬੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਜਨਮ ਸਾਖੀ ਦੀ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਗਰੀਬਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ 9 ਖੰਡ ਪ੍ਰਿਥਵੀ ਦਾ ਚੱਕਰ ਲਾ ਰਹੇ ਨੇ। ਆਪਣੇ ਸ਼ਬਦ ਦੇ ਨਾਲ ਅਨੇਕਾਂ ਜੀਵਾਂ ਦੀ ਕਲਿਆਣ ਕਰ ਰਹੇ ਨੇ। ਰਾਜੇ ਧਰਮਚੰਦ ਵਰਗੇ
ਅਨੇਕਾਂ ਧਰਮੀ ਰਾਜਿਆਂ ਦਾ ਸਤਿਗੁਰਾਂ ਨੇ ਪਾਰ ਉਤਾਰਾ ਕੀਤਾ ਹੈ। ਚਲਦੇ ਚਲਦੇ ਇੱਕ ਖੰਡ ਚ ਆਏ ਨੇ ਜਿਸ ਦਾ ਨਾਮ ਹੈ ਗੁਰੂ ਖੰਡ। ਇੱਥੇ ਨਗਰ ਦੇ ਲੋਕਾਂ ਦੀ ਇੱਕ ਬੜੀ ਅਚਰਜਮਈ ਘਟਨਾ ਹੈ ਕਿ ਜਦੋਂ ਇਹਨਾਂ ਦੇ ਨਗਰ ਵਿੱਚ ਕਿਸੇ ਘਰ ਵਿੱਚ ਕਿਸੇ ਜੀਵ ਦਾ ਬਾਲਕ ਦਾ ਜਨਮ ਹੁੰਦਾ ਹੈ ਤਾਂ ਇਹ ਸਾਰੇ ਉੱਥੇ ਇਕੱਠੇ ਹੋ ਕੇ ਰੋਂਦੇ ਨੇ। ਜਦੋਂ ਕੋਈ ਮਰਦਾ ਤੇ ਉਦੋਂ ਹੱਸਦੇ ਨੇ। ਮਰਦਾਨਾ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਮਹਾਰਾਜ ਇਹ ਲੋਕ ਕੀ ਕੰਮ ਕਰ ਰਹੇ ਨੇ? ਸਤਿਗੁਰੂ ਜੀ ਕਹਿੰਦੇ, ਮਰਦਾਨਿਆਂ ਇਹ ਮਨਮੁਖਾਂ ਵਾਲਾ ਕੰਮ ਹੈ ਕਿ ਪਰਮੇਸ਼ਰ ਦੇ ਹੁਕਮ 'ਚ ਜੀਵ ਸੰਸਾਰ ਵਿੱਚ ਆਉਂਦਾ ਹੈ ਤੇ ਪਰਮਾਤਮਾ ਦਾ ਸ਼ੁਕਰ ਕਰਨ ਦੀ ਬਜਾਏ ਰੋਂਦੇ ਨੇ। ਔਰ ਜਦੋਂ ਉਹਦੇ ਹੁਕਮ 'ਚ ਜੀਵ ਸੰਸਾਰ 'ਚੋਂ ਜਾਂਦਾ ਹੈ ਤੇ ਫਿਰ ਇਹ ਖਿੜਖੜਾ ਕੇ ਹੱਸਦੇ ਨੇ। ਜਿਹੜਾ ਗਿਆਨਵਾਨ ਗਿਆਨੀ ਹੁੰਦਾ ਉਹ ਦੋਨਾਂ ਸਮਿਆਂ 'ਚ ਪਰਮੇਸ਼ਰ ਦੀ ਰਜ਼ਾ 'ਚ ਰਹਿੰਦਾ। ਭੇਜੇ ਤਾਂ ਵੀ ਉਹਦਾ ਹੁਕਮ ਜਾਣਦਾ, ਜੇ ਸੱਦ ਲਵੇ ਤੇ ਤਾਂ ਵੀ ਉਸੇ ਦਾ ਹੁਕਮ ਜਾਣਦਾ। ਸਤਿਗੁਰੂ ਜੀ ਭਾਈ ਮਰਦਾਨੇ ਨਾਲ ਬੈਠਿਆਂ ਇਹ ਬਚਨ ਬਿਲਾਸ ਕਰ ਹੀ ਰਹੇ ਸਨ। ਇੰਨੇ ਨੂੰ ਨਗਰ ਨਿਵਾਸੀ ਇਕੱਠੇ ਹੋ ਕੇ ਸਤਿਗੁਰਾਂ ਕੋਲ ਆਏ। ਨਗਰ ਨਿਵਾਸੀਆਂ ਨੂੰ ਭਾਈ ਮਰਦਾਨਾ ਜੀ ਪੁੱਛਦੇ, ਇਹ ਨਗਰ ਨਿਵਾਸੀਓ ਪਹਿਲਾਂ ਇਹ ਦੱਸੋ ਵੀ ਤੁਸੀਂ ਇਹ ਕਿਹੜਾ ਉਲਟਾ ਕੰਮ ਕਰਦੇ ਹੋ ਕਿ ਜਦੋਂ ਤੁਹਾਡੇ ਘਰ ਕਿਸੇ ਬਾਲਕ ਦਾ ਜਨਮ ਹੁੰਦਾ ਤੁਸੀਂ ਰੋਂਦੇ ਹੋ ਤੇ ਜਦੋਂ ਕੋਈ ਮਰਦਾ ਉਦੋਂ ਹੱਸਦੇ ਹੋ। ਤੁਸੀਂ ਆਪਣੇ ਮਨ 'ਚ ਇਸ ਗੱਲ ਦਾ ਕਿਹੜਾ ਗਿਆਨ ਧਾਰਨ ਕੀਤਾ? ਏਦਾਂ ਕਿਉਂ ਕਰਦੇ? ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਇਹ ਸਵਾਲ ਸੁਣ ਕੇ ਇਹ ਨਗਰ ਨਿਵਾਸੀ ਭਾਈ ਸਾਹਿਬ ਜੀ ਹੋਣਾ ਨੂੰ ਜਵਾਬ ਦੇ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਕੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਜਿੱਥੇ ਸਰੀਰਾਂ ਕਰਕੇ ਹਾਜ਼ਰੀ ਭਰ ਰਹੇ ਆ ਉੱਥੇ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ 'ਚ ਲਵਾਉਂਦਿਆਂ ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬੋਲੇ ਤਿਨ ਮੈਂ ਹੁਤੇ ਜੋ ਸਿਆਣੇ। ਜਦੋਂ ਭਾਈ ਮਰਦਾਨੇ ਨੇ ਪੁੱਛਿਆ ਨਾ ਇਹਨਾਂ ਕੋਲੋਂ ਤਾਂ ਉਸ ਵਕਤ ਨਗਰ ਦੇ ਜਿਹੜੇ ਲੋਕ ਆਏ ਨੇ ਉਹਨਾਂ ਵਿੱਚ ਜਿਹੜੇ ਆਗੂ ਸੀ, ਉਹਨਾਂ ਦੇ ਸਿਆਣੇ ਲੋਕ ਸਨ, ਉਹ ਬੋਲੇ, ਇਸ ਵਿਦ ਗਿਆਨ ਹਿਰਦੇ ਆਮ ਜਾਣੇ। ਕਹਿਣ ਲੱਗੇ, ਸੰਤ ਜੀ ਅਸੀਂ ਆਪਣੇ ਮਨ ਵਿੱਚ ਇਸ ਤਰ੍ਹਾਂ ਦਾ ਗਿਆਨ ਜਾਣਦੇ ਹਾਂ, ਇਸ ਤਰ੍ਹਾਂ ਦੇ ਗਿਆਨ ਦਾ ਅਨੁਮਾਨ ਕਰਦੇ ਹਾਂ। ਈਸ਼ਵਰ ਤੇ ਵਿਚਰੇ ਜਬ ਜਨਮੇ। ਕਿ ਜਦੋਂ ਜੀਵ ਦਾ ਜਨਮ ਹੁੰਦਾ ਰੱਬ ਤੋਂ ਵਿਛੜ ਕੇ ਹੁੰਦਾ। ਜਦੋਂ ਇਹ ਜੀਵ ਪਰਮੇਸ਼ਰ ਤੋਂ ਵਿਛੜਦਾ ਫਿਰ ਇਹ ਜੰਮਦਾ। ਅਸੀਂ ਇਹ ਗਿਆਨ ਆਪਣੇ ਹਿਰਦੇ 'ਚ ਰੱਖਿਆ ਕਿ ਜਦੋਂ ਇਹ ਜੀਵ ਈਸ਼ਵਰ ਤੋਂ ਵਿਛੜਦਾ ਫਿਰ ਜਨਮਦਾ ਹੈ। ਮਰੇ ਮਿਲਤ ਈਸ਼ਵਰ ਕੇ ਤਨ ਮੈਂ। ਔਰ ਜਦੋਂ ਮਰਦਾ ਮਰਨ ਤੋਂ ਬਾਅਦ ਈਸ਼ਵਰ ਵਿੱਚ ਮਿਲ ਜਾਂਦਾ। ਜਦੋਂ ਜੰਮਦਾ ਉਦੋਂ ਈਸ਼ਵਰ ਤੋਂ ਵਿਛੜਦਾ, ਜਦੋਂ ਮਰਦਾ ਹੈ ਉਦੋਂ ਫਿਰ ਈਸ਼ਵਰ ਵਿੱਚ ਜਾ ਕੇ ਮਿਲ ਜਾਂਦਾ ਹੈ। ਜਨਮੈ ਤੇ ਜਗ ਪਾਵੇਂ ਦੁੱਖ ਕੋ। ਇਸ ਕਰਕੇ ਜਦੋਂ ਇਹ ਜੀਵ ਜਨਮ ਲੈਂਦਾ ਈਸ਼ਵਰ ਤੋਂ ਵਿਛੜ ਕੇ ਤੇ ਜਨਮ ਲੈਂਦਿਆਂ ਸੰਸਾਰ ਦੇ ਦੁੱਖ ਪਾਉਂਦਾ। ਸੰਸਾਰ ਦੀਆਂ ਅਨੇਕਾਂ ਤਕਲੀਫਾਂ, ਅਨੇਕਾਂ ਦੁੱਖ, ਅਨੇਕਾਂ ਫਿਕਰਾਂ ਵਿੱਚ ਇਹਦੀ ਜ਼ਿੰਦਗੀ ਬੀਤਦੀ ਹੈ। ਮਰੇ ਮਿਲੇ ਈਸ਼ਵਰ ਲਖ ਸੁਖ ਕੋ। ਔਰ ਜਦੋਂ ਮਰਦਾ ਤੇ ਈਸ਼ਵਰ ਨੂੰ ਮਿਲ ਕੇ ਸੁਖੀ ਹੋ ਜਾਂਦਾ। ਮਰਨ ਤੋਂ ਬਾਅਦ ਰੱਬ ਨੂੰ ਮਿਲ ਕੇ ਸੁਖੀ ਹੋ ਜਾਂਦਾ ਹੈ। ਰੋਵੇਂ ਹੱਸੇ ਇਹੀ ਗਤ ਜਾਣੇ। ਇਸੇ ਕਰਕੇ ਅਸੀਂ ਜਨਮ ਸਮੇਂ ਰੋਨੇ ਆ ਵੀ ਰੱਬ ਤੋਂ ਵਿਛੜ ਕੇ ਆ ਕੇ ਵਿਚਾਰਾ ਦੁਖੀ ਹੋਵੇਗਾ। ਜਨਮ ਸਮੇਂ ਅਸੀਂ ਰੋਂਦੇ ਹਾਂ, ਜਦੋਂ ਮਰ ਕੇ ਰੱਬ ਨੂੰ ਮਿਲੇਗਾ ਸੁਖੀ ਹੋਵੇਗਾ।
ਇਸ ਕਰਕੇ ਉਦੋਂ ਅਸੀਂ ਖੁਸ਼ ਹੁੰਦੇ ਆ, ਉਦੋਂ ਅਸੀਂ ਪ੍ਰਸੰਨ ਹੁੰਦੇ ਹਾਂ, ਹੱਸਦੇ ਹਾਂ। ਸੁਨ ਸ਼੍ਰੀ ਨਾਨਕ ਬੈਨ ਬਖਾਨੇ। ਜਦੋਂ ਨਗਰ ਨਿਵਾਸੀਆਂ ਨੇ ਇਹ ਗੱਲ ਕਹੀ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸੁਣ ਕੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਦੋਹਰਾ ਪਰਮੇਸ਼ਰ ਕੋ ਮਿਲਨ ਜੋ ਮਹਾ ਬਿਖਮ ਪਹਿਚਾਨ। ਮਹਾਰਾਜ ਜੀ ਕਹਿੰਦੇ ਏਦਾਂ ਨਹੀਂ ਮਿਲਿਆ ਜਾਂਦਾ ਰੱਬ ਨੂੰ ਵੀ ਕੋਈ ਮਰ ਕੇ ਰੱਬ ਨੂੰ ਮਿਲ ਜਾਂਦਾ ਹੈ। ਏਦਾਂ ਤਾਂ ਲੱਖਾਂ ਲੋਕ ਰੋਜ਼ ਮਰਦੇ ਆ, ਲੱਖਾਂ ਜਾਨਵਰ ਮਰਦੇ ਆ, ਪਸ਼ੂ ਪੰਛੀ ਮਰਦੇ ਆ, ਫਿਰ ਤਾਂ ਸਾਰੇ ਮਿਲ ਜਾਂਦੇ ਰੱਬ ਨੂੰ। ਮਹਾਰਾਜ ਜੀ ਕਹਿੰਦੇ ਰੱਬ ਨੂੰ ਮਿਲਣਾ ਇੰਨਾ ਸੌਖਾ ਨਹੀਂ ਕਿ ਕੱਲੀ ਸਰੀਰਕ ਮੌਤ ਨਾਲ ਰੱਬ ਮਿਲਦਾ ਹੋਵੇ। ਉਹਦੇ ਵਾਸਤੇ ਸੱਜਣੋ ਜੀਵਤ ਭਾਵ ਕਰਕੇ ਜਿਉਂਦਿਆਂ ਜੀ ਮਰਨਾ ਪੈਂਦਾ ਹੈ। ਸਰੀਰ ਦਾ ਮਰਨ ਕਰਕੇ ਕੱਲਾ ਸਰੀਰ ਮਰਦਾ ਹੈ, ਰੱਬ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਰੱਬ ਦੇ ਘਰ ਨੂੰ ਪ੍ਰਾਪਤ ਕਰਨਾ ਬੜੀ ਕਠਿਨ ਖੇਡ ਹੈ, ਬੜੀ ਔਖੀ ਘਾਟੀ ਹੈ। ਬਿਨ ਸਤ ਸੰਗਤ ਭਗਤ ਤੇ ਜਾਣਿਓ ਪਾਵਨਿਆਨ। ਮਹਾਰਾਜ ਜੀ ਕਹਿੰਦੇ ਬਿਨਾਂ ਸਤ ਸੰਗਤ ਤੋਂ, ਬਿਨਾਂ ਪਰਮੇਸ਼ਰ ਦੀ ਭਗਤੀ ਤੋਂ, ਬਿਨਾਂ ਪਰਮੇਸ਼ਰ ਦੇ ਪ੍ਰੇਮ ਤੋਂ ਕੋਈ ਤਰੀਕਾ ਨਹੀਂ ਉਸ ਪਰਮੇਸ਼ਰ ਨੂੰ ਮਿਲਣ ਦਾ। ਅਕਾਲ ਪੁਰਖ ਪ੍ਰਭੂ ਨੂੰ ਮਿਲਣ ਦਾ ਇੱਕੋ ਇੱਕ ਤਰੀਕਾ ਹੈ, ਸਤ ਸੰਗਤ, ਪ੍ਰਭੂ ਦੀ ਭਗਤੀ, ਅਕਾਲ ਪੁਰਖ ਪਰਮੇਸ਼ਰ ਦਾ ਪ੍ਰੇਮ ਆਪਣੇ ਹਿਰਦੇ 'ਚ ਵਸਾਉਣਾ। ਇਹੀ ਉਸ ਪਰਮੇਸ਼ਰ ਦੀ ਪ੍ਰਾਪਤੀ ਦਾ ਸਾਧਨ ਹੈ। ਜੋ ਪਈ ਪ੍ਰੇਮ ਭਗਤ ਕਰ ਕੀਰਤ ਗਾਵਨ। ਜਿਹੜੇ ਪ੍ਰੇਮਾ ਭਗਤੀ ਹਿਰਦੇ 'ਚ ਧਾਰਨ ਕਰਕੇ ਪਰਮੇਸ਼ਰ ਦੀ ਕੀਰਤੀ ਨੂੰ ਗਾਉਂਦੇ ਹਨ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਨੂੰ ਹਿਰਦੇ 'ਚ ਵਸਾ ਕੇ ਵੱਡੇ ਦੀਆਂ ਵਡਿਆਈਆਂ ਗਾਉਂਦੇ ਹਨ। ਅਜਪਾ ਜਾਪ ਨਾਮ ਲਿਵ ਲਾਵਨ। ਔਰ ਅਜਪਾ ਜਾਪ ਜਪਦੇ ਨੇ, ਪਰਮੇਸ਼ਰ ਦੇ ਨਾਮ ਦੇ ਵਿੱਚ ਆਪਣੀ ਲਿਵ ਲਾਉਂਦੇ ਹਨ। ਵਿਛਰਨ ਮਿਲਨ ਅਪਰ ਕੋ ਨਾਈ। ਮਹਾਰਾਜ ਜੀ ਕਹਿੰਦੇ ਵਿਛੜਨਾ ਤੇ ਮਿਲਣਾ ਹੋਰ ਕੁਝ ਨਹੀਂ। ਸਰਬ ਬਾਤ ਇਸ ਤਨ ਕੇ ਮਾਈ। ਮਿਲਣਾ ਤੇ ਵਿਛੜਨਾ ਕੇਵਲ ਇਹ ਸਰੀਰ ਦਾ ਧਰਮ ਹੈ। ਮਿਲਣਾ ਤੇ ਵਿਛੜਨਾ ਸੰਜੋਗ ਵਿਜੋਗ ਦੋਏ ਕਾਰ ਚਲਾਵੈ। ਵਿਛੜਨਾ ਤੇ ਮਿਲਣਾ ਕੇਵਲ ਇਸ ਬਾਹਰਲੇ ਸਰੀਰ ਦਾ ਧਰਮ ਕਰਮ ਹੈ। ਜਬ ਸਤ ਸੰਗਤ ਭਇਓ ਨਿਵਾਸਾ। ਪਰ ਜਿਹੜੀ ਆਤਮਾ ਉਹ ਤਾਂ ਪਹਿਲਾਂ ਹੀ ਮਿਲੀ ਹੋਈ ਹੈ ਭਾਈ, ਉਹਦਾ ਹੋਰ ਕੀ ਮਿਲਣਾ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਜਿਹੜੇ ਸਤ ਸੰਗਤ ਵਿੱਚ ਆ ਕੇ ਕਥਾ ਸੁਣਦੇ ਨੇ, ਸਤ ਸੰਗਤ ਵਿੱਚ ਆ ਕੇ ਕੀਰਤਨ ਸੁਣਦੇ ਨੇ ਔਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਦੇ ਨੇ, ਉਹ ਜਾਣ ਲੈਂਦੇ ਨੇ ਵੀ ਆਤਮਾ ਪ੍ਰਮਾਤਮਾ ਦਾ ਹੀ ਰੂਪ ਹੈ। ਜਦੋਂ ਉਹਨਾਂ ਨੇ ਜਾਣ ਲਿਆ ਵੀ ਆਤਮਾ ਪ੍ਰਮਾਤਮਾ ਦਾ ਹੀ ਰੂਪ ਹੈ, ਫਿਰ ਉਹਦੇ ਵਿੱਚ ਕੀ ਮਿਲਿਆ ਤੇ ਕੀ ਵਿਛੜਿਆ। ਜਿਵੇਂ ਕਿਸੇ ਨੇ ਹੱਥ ਤੇ ਘੜੀ ਬੰਨੀ ਸੀ, ਭੁਲੇਖਾ ਪੈ ਗਿਆ, ਭਰਮ ਪੈ ਗਿਆ ਵੀ ਘੜੀ ਕਿੱਥੇ ਹੈ। ਸੱਜੇ ਖੱਬੇ ਵੇਖਣ ਲੱਗਾ, ਘੜੀ ਗਵਾਚ ਗਈ ਹੈ। ਕਦੇ ਸਰਾਣਾ ਚੁੱਕ ਕੇ ਵੇਖਦਾ, ਕਦੇ ਚਾਦਰ ਚੱਕ ਕੇ ਵੇਖਦਾ, ਕਦੇ ਕਿਤੇ ਘੜੀ ਨਹੀਂ ਲੱਭਦੀ, ਫਾਵਾ ਹੋ ਗਿਆ। ਕੋਲ ਕੋਈ ਸੱਜਣ ਆਇਆ, ਉਹਨੇ ਪੁੱਛਿਆ ਉਹ ਕੀ ਲੱਭਦਾ, ਕਹਿੰਦਾ ਯਾਰ ਘੜੀ ਗਵਾਚ ਗਈ ਹੈ, ਲੱਭਦੀ ਨਹੀਂ ਪਈ, ਕਿਤਨੀ ਦੇਰ ਤੋਂ ਲੱਭ ਰਿਹਾ। ਉਸ ਸੱਜਣ ਦੀ ਨਿਗਾਹ ਇਹਦੇ ਹੱਥ ਤੇ ਪੈ ਗਈ, ਕਹਿੰਦਾ ਘੜੀ ਤਾਂ ਤੂੰ ਹੱਥ ਤੇ ਬੰਨੀ ਫਿਰਦਾ। ਵੇਖ ਕੇ ਕਹਿੰਦਾ ਓਹੋ ਲੱਭ ਗਈ। ਕਹਿੰਦਾ ਤਾਂ ਇਹੀ ਹੈ ਨਾ ਵੀ ਲੱਭ ਗਈ। ਲੱਭੀ ਤਾਂ ਜੇ ਗਵਾਚੀ ਹੁੰਦੀ, ਜਿਹੜੀ ਪਹਿਲਾਂ ਹੀ ਮੌਜੂਦ ਸੀ ਉਹ ਲੱਭੀ ਕਿਵੇਂ ਬਈ। ਏਦਾਂ ਹੀ ਆਤਮਾ ਦਾ ਸਰੂਪ ਜਦੋਂ ਸਤ ਸੰਗਤ ਵਿੱਚ ਪ੍ਰੇਮਾ ਭਗਤੀ ਨਾਲ ਜਾਣ ਲਿਆ ਵੀ ਮੇਰਾ ਸਰੂਪ ਕੀ ਹੈ, ਫਿਰ ਮਿਲਿਆ ਨਹੀਂ, ਉਹ ਪਹਿਲਾਂ ਹੀ ਸੀ, ਬਸ ਉਹਨੂੰ ਜਾਣਿਆ ਹੈ, ਪਹਿਲਾਂ ਹੀ ਮੌਜੂਦ ਸੀ, ਬਸ ਉਹਨੂੰ ਜਾਣਿਆ ਹੈ। ਮਹਾਰਾਜ ਜੀ ਕਹਿੰਦੇ ਫਿਰ ਦੱਸੋ ਕੀ ਮਿਲਿਆ, ਕੀ ਪ੍ਰਾਪਤ ਹੋਇਆ। ਪ੍ਰਾਪਤ ਤਾਂ ਹੋਇਆ ਹੁੰਦਾ ਜੇ ਵਿਛੜਿਆ ਹੁੰਦਾ। ਮਹਾਰਾਜ ਜੀ ਕਹਿੰਦੇ ਇਹ ਗੱਲ ਜਾਣਨੀ ਹੈ ਜਿਹੜੀ ਆ ਤੁਸੀਂ ਜਾਣੀ ਬੈਠੇ ਹੋ। ਸਰੀਰ ਕਰਕੇ ਵਿਛੜਨਾ ਤੇ ਸਰੀਰ ਕਰਕੇ ਮਿਲਣਾ, ਇਹ ਤਾਂ ਬਣਿਆ ਹੀ ਹੋਇਆ ਵਿਧਾਤੇ ਦੀ ਰਚਨਾ। ਜਿਹੜੇ ਅੰਦਰੋਂ ਆਤਮਾ ਕਰਕੇ ਪ੍ਰਮਾਤਮਾ ਵਿੱਚ ਵਿਲੀਨ ਹੋ ਗਏ,
ਜਿਨ੍ਹਾਂ ਨੇ ਜਾਣ ਲਿਆ ਮੈਂ ਆਤਮ ਸਵਰੂਪ ਆ ਉਹ ਤਾਂ ਮਿਲੇ ਹੀ ਹੋਏ ਹਨ। ਮਨ ਰੋਕਨ ਕੀਨੋ ਅਭਿਆਸਾ। ਇਹਨਾਂ ਨੇ ਸਤ ਸੰਗਤ ਵਿੱਚ ਆ ਕੇ ਪ੍ਰੇਮਾ ਭਗਤੀ ਕਰਕੇ ਮਨ ਰੋਕਣ ਦਾ ਅਭਿਆਸ ਕੀਤਾ, ਆਪਣੇ ਮਨ ਨੂੰ ਰੋਕਣ ਦਾ ਅਭਿਆਸ ਕੀਤਾ ਕਿ ਮਨ ਨੂੰ ਇਕਾਗਰ ਕਰਨਾ ਹੈ। ਨਾਸ ਬਾਸ਼ਨਾ ਤਬ ਹੀ ਪਈ। ਜਦੋਂ ਉਹਨਾਂ ਨੇ ਮਨ ਨੂੰ ਰੋਕ ਕੇ ਅਭਿਆਸ ਕੀਤਾ ਤਾਂ ਮਨ ਦੀਆਂ ਜਿੰਨੀਆਂ ਵਾਸ਼ਨਾਵਾਂ ਸੀ ਨਾਸ ਹੋ ਗਈਆਂ। ਮਨੋਵਾਸ਼ਨਾ ਖੈ ਹੋ ਗਈ, ਮਨੋਵਾਸ਼ਨਾ ਸदैवी ਕਾਲ ਲਈ ਨਾਸ਼ ਹੋ ਗਈ। ਦ્વੈਤ ਸਰਬ ਉਰਤੀ ਮਿਟ ਗਈ। ਔਰ ਹਿਰਦੇ 'ਚ ਜਿੰਨੀ ਦ્વੈਤ ਸੀ ਉਹ ਵੀ ਮਿਟ ਗਈ, ਦੂਰ ਹੋ ਗਈ। ਪੂਰਨ ਲਖਿਓ ਪਰਮਾਤਮ ਸਾਰੇ। ਉਹਨਾਂ ਨੇ ਫਿਰ ਸਾਰਿਆਂ ਵਿੱਚ ਪਰਮਾਤਮਾ ਨੂੰ ਪਰਿਪੂਰਨ ਕਰਕੇ ਵੇਖ ਲਿਆ। ਜਿਨ੍ਹਾਂ ਦਾ ਮਨ ਇਕਾਗਰ ਹੋਇਆ, ਮਨ ਦੀਆਂ ਵਾਸ਼ਨਾਵਾਂ ਤੇ ਦ્વੈਤ ਨਾਸ ਹੋ ਗਈ, ਉਹਨਾਂ ਨੇ ਫਿਰ ਉਸ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ ਨੂੰ ਸਰਬ ਥਾਈਂ ਪਰਿਪੂਰਨ ਕਰਕੇ ਵੇਖ ਲਿਆ, ਜਾਣ ਲਿਆ। ਮਿਥਿਆ ਸਰਬ ਪਰਪੰਚ ਪਸਾਰੇ। ਉਹਨਾਂ ਨੇ ਜਾਣ ਲਿਆ ਕਿ ਬਾਹਰਲਾ ਜਿਤਨਾ ਪਸਾਰਾ ਹੈ ਇਹ ਪਰਪੰਚ ਹੈ, ਇਹ ਮਿਥਿਆ ਦਾ ਪਰਪੰਚ ਪਸਾਰਾ ਹੈ। ਜਬੀ ਆਤਮਾ ਅਸ ਭ੍ਰਮ ਪੰਨਾ। ਜਦੋਂ ਉਹਨਾਂ ਨੇ ਆਤਮਾ ਦੇ ਸਵਰੂਪ ਨੂੰ ਜਾਣ ਲਿਆ ਤੇ ਉਹਨਾਂ ਨੇ ਆਹ ਭਰਮ ਛੱਡ ਦਿੱਤਾ, ਯਾਨੀ ਕਿ ਉਹਨਾਂ ਨੇ ਰੱਸੀ ਵੇਖ ਲਈ, ਸੱਪ ਦਾ ਭਰਮ ਨਾਸ ਹੋ ਗਿਆ। ਪਹਿਲਾਂ ਰੱਸੀ 'ਚ ਸੱਪ ਦਿਸਦਾ ਸੀ, ਜਦੋਂ ਚਾਨਣਾ ਹੋਇਆ ਰੱਸੀ ਦਿਸਣ ਲੱਗ ਪਈ, ਸੱਪ ਦੂਰ ਹੋ ਗਿਆ। ਏਦਾਂ ਇਹ ਪ੍ਰਪੰਚ ਵਿੱਚ ਜਦੋਂ ਉਹਨਾਂ ਨੇ ਆਤਮਾ ਨੂੰ ਵੇਖ ਲਿਆ ਗਿਆਨ ਦੇ ਪ੍ਰਕਾਸ਼ ਨਾਲ, ਤਾਂ ਫਿਰ ਇਹ ਸਾਰਾ ਪ੍ਰਪੰਚ ਅਭਾਵ ਹੋ ਗਿਆ। ਇਹ ਸਾਰਾ ਪ੍ਰਪੰਚ ਫਿਰ ਉਸ ਵਕਤ ਵਿਲੈ ਹੋ ਗਿਆ। ਪਾ ਪਰਮਾਤਮਾ ਸ਼ੁੱਧ ਚਿਤਨਾ। ਉਹ ਪਰਮਾਤਮਾ ਦਾ ਸਵਰੂਪ ਹੋ ਗਏ, ਸ਼ੁੱਧ ਚੇਤਨਿਆ ਸਵਰੂਪ ਹੋ ਗਏ। ਜਬ ਅਨਾਤਮਾ ਦੇਹ ਪਛਾਨੀ। ਪਰ ਜਦੋਂ ਇਹਨਾਂ ਨੇ ਵੇਖ ਲਿਆ ਕਿ ਸਰੀਰ ਅਨਾਤਮ ਹੈ, ਇਹ ਜੜ ਹੈ, ਇਹ ਨਾਸ਼ਵਾਨ ਹੈ। ਕੀ ਸੰਕਲਪ ਵਿਕਲਪ ਬਿਹਾਨੀ। ਉਹਨਾਂ ਦੇ ਜਿੰਨੇ ਸੰਕਲਪ ਵਿਕਲਪ ਸੀ ਸਭ ਚਲੇ ਗਏ। ਜਦੋਂ ਇਸ ਸਰੀਰ ਨੂੰ ਅਨਾਤਮ ਜਾਣਿਆ ਵੀ ਇਹ ਤਾਂ ਜੜ ਹੈ, ਮਿੱਟੀ ਹੈ, ਇਸ ਮਿੱਟੀ ਦਾ ਕੀ ਮਾਣ ਕਰਨਾ, ਉਹਨਾਂ ਦੇ ਜਿਤਨੇ ਸੰਕਲਪ ਵਿਕਲਪ ਉਹ ਨਾਸ ਹੋ ਗਏ। ਸਮੂਹ ਸੰਕਲਪੋ ਵਿਕਲਪੋ ਹੋ ਵਿਨਾਸ਼ਾ। ਸਾਰੇ ਸੰਕਲਪ ਵਿਕਲਪ ਉਹਨਾਂ ਦੇ ਨਾਸ਼ ਹੋ ਗਏ। ਤੋ ਮਿਲਬੋ ਈਸ਼ਵਰ ਕੋ ਹੋਏ। ਫਿਰ ਉਹਨਾਂ ਦਾ ਈਸ਼ਵਰ ਨਾਲ ਮੇਲ ਹੁੰਦਾ ਹੈ। ਏਦਾਂ ਨਹੀਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਮਰ ਗਿਆ ਤੇ ਮੇਲ ਹੋ ਗਿਆ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਸੰਕਲਪ ਵਿਕਲਪ ਨਾਸ਼ ਹੋ ਗਏ, ਜਿਨ੍ਹਾਂ ਨੇ ਇਸ ਸਰੀਰ ਨੂੰ ਅਨਾਤਮ ਜਾਣ ਲਿਆ, ਜਿਨ੍ਹਾਂ ਅੰਦਰੋਂ ਦ્વੈਤ ਨਸ ਗਈ, ਜਿਨ੍ਹਾਂ ਦਾ ਮਨ ਇਕਾਗਰ ਹੋ ਗਿਆ, ਉਹ ਉਸ ਈਸ਼ਵਰ ਅਕਾਲ ਪੁਰਖ ਪਰਮੇਸ਼ਰ ਵਿੱਚ ਮਿਲ ਕੇ ਅਭੇਦ ਹੁੰਦੇ ਨੇ। ਆ ਏਦਾਂ ਨਹੀਂ ਮਿਲਦੇ ਜਿਵੇਂ ਤੁਸੀਂ ਕਹਿੰਦੇ ਹੋ। ਏਦਾਂ ਤਾਂ ਫਿਰ ਤਾਂ ਕੋਈ ਕੰਮ ਹੀ ਬੜਾ ਸੌਖਾ ਹੈ ਵੀ ਜਦੋਂ ਵਿਛੜਦਾ ਹੈ ਉਦੋਂ ਜੰਮ ਪਿਆ, ਸਾਰੀ ਜ਼ਿੰਦਗੀ ਕਰੀ ਜਾਏ ਜੋ ਚ ਮਨ ਵਿੱਚ ਆਵੇ। ਜਦੋਂ ਮਰ ਜਾਣਾ, ਮਰ ਕੇ ਤਾਂ ਰੱਬ ਨੂੰ ਮਿਲ ਹੀ ਜਾਣਾ, ਫਿਰ ਤਾਂ ਕੋਈ ਗੱਲ ਹੀ ਨਾ ਰਹੀ, ਨਾ ਧਰਮ ਦੀ ਨਾ ਕਰਮ ਦੀ। ਫਿਰ ਤਾਂ ਜੋ ਮਰਜ਼ੀ ਕਰੋ। ਫਿਰ ਜਦੋਂ ਮਰਨ ਤੋਂ ਬਾਅਦ ਰੱਬ ਨੂੰ ਮਿਲ ਹੀ ਜਾਣਾ ਤੇ ਫਿਰ ਤਾਂ ਜੋ ਮਰਜ਼ੀ ਕਰੋ। ਮਹਾਰਾਜ ਜੀ ਕਹਿੰਦੇ ਏਡਾ ਸੌਖਾ ਕੰਮ ਨਹੀਂ ਜੇ ਰੱਬ ਦਾ ਘਰ ਪ੍ਰਾਪਤ ਕਰਨ ਦਾ। ਆਹ ਤਰੀਕਾ ਜਿਹੜਾ ਤੁਹਾਨੂੰ ਪਹਿਲੋਂ ਦੱਸਿਆ, ਏਦਾਂ ਨਹੀਂ ਜੇ ਮਿਲਦੇ ਰੱਬ ਨੂੰ ਜਿਵੇਂ ਤੁਸੀਂ ਕਹਿੰਦੇ ਹੋ। ਨਾ ਤੁਰ ਵਿਚਰ ਰਿਓ ਸਭ ਕੋਈ। ਨਹੀਂ ਤਾਂ ਉਦੋਂ ਤੱਕ ਇਹ ਜੀਵ ਜਨਮ ਮਰਨ ਦੇ ਚੱਕਰਾਂ ਵਿੱਚ ਹੀ ਭਟਕਦਾ ਰਹਿੰਦਾ ਹੈ। ਗਿਆਨ ਪ੍ਰਾਪਤ ਜਿਨ ਮਨ ਮਾਈ। ਜਿਨ੍ਹਾਂ ਦੇ ਮਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ, ਜਿਨ੍ਹਾਂ ਨੇ ਆਪਣੇ ਮਨਾਂ ਵਿੱਚ ਗਿਆਨ ਪ੍ਰਾਪਤ ਕਰ ਲਿਆ, ਵਿਛਰਨ ਮਿਲਨ ਸੁਜਾਨਤ ਨਾਈ। ਉਹ ਫਿਰ ਵਿਛੜਨਾ ਤੇ ਮਿਲਣਾ ਨਹੀਂ ਜਾਣਦੇ। ਪਰਮਾਤਮ ਪੂਰਨ ਹੈ ਸਾਰੇ। ਉਹਨਾਂ ਨੇ ਜਾਣ ਲਿਆ ਕਿ ਪ੍ਰਮਾਤਮਾ ਜਦੋਂ ਹੈ ਹੀ ਸਰਬ ਥਾਈਂ ਪੂਰਨ। ਆ ਜਿਹੜਾ ਆਕਾਸ਼ ਹੈ ਦਰਬਾਰ ਵਿੱਚ, ਆ ਖਾਲੀ ਜਗ੍ਹਾ ਸਾਡੇ ਆਲੇ ਦੁਆਲੇ ਨੂੰ ਆਕਾਸ਼ ਕਹਿੰਦੇ ਆ। ਇੱਥੋਂ ਅਸੀਂ ਬਾਹਰ ਚਲੇ ਜਾਈਏ ਦਰਬਾਰ ਚੋਂ ਤੇ ਕੀ ਅਸੀਂ ਆਕਾਸ਼ ਤੋਂ ਵਿਛੜ ਜਾਾਂਗੇ? ਅੰਦਰ ਆ ਜਾਈਏ ਦਰਬਾਰ ਦੇ ਤੇ ਕੀ ਆਕਾਸ਼ ਨਾਲ ਮਿਲ ਜਾਵਾਂਗੇ? ਬਾਹਰ ਜਾਵਾਂਗੇ, ਬਾਹਰ ਵੀ ਆਕਾਸ਼ ਹੈ, ਅੰਦਰ ਆਵਾਂਗੇ, ਅੰਦਰ ਵੀ ਆਕਾਸ਼ ਹੈ। ਜਿਹੜਾ ਕਿਸੇ ਦਰਬਾਰ ਦੇ ਵਿੱਚ ਜਾਂ ਮਕਾਨ ਦੇ ਵਿੱਚ ਖਾਲੀ ਜਗ੍ਹਾ ਹੁੰਦੀ ਉਹਨੂੰ ਮਠਾ ਆਕਾਸ਼ ਕਹਿੰਦੇ ਆ। ਜਿਹੜਾ ਬਾਹਰ ਖੁੱਲਾ ਆਕਾਸ਼ ਹੈ ਉਹਨੂੰ ਮਹਾ ਆਕਾਸ਼ ਕਹਿੰਦੇ ਨੇ।
ਅੰਦਰ ਆ ਜਾਓ, ਬਾਹਰ ਆ ਜਾਓ, ਵਿਛੋੜਾ ਮਿਲਣਾ ਤਾਂ ਨਹੀਂ ਆਕਾਸ਼ ਨਾਲ। ਏਦਾਂ ਜਿਹੜੀ ਆਤਮਾ ਤੇ ਪ੍ਰਮਾਤਮਾ ਹੈ, ਮਹਾਰਾਜ ਜੀ ਕਹਿੰਦੇ ਜਦੋਂ ਰੱਬ ਦੇ ਪਿਆਰਿਆਂ ਨੇ ਵੇਖ ਲਈ ਵੀ ਸਰਬ ਥਾਈ ਹੈ, ਉਹ ਕਹਿੰਦੇ ਜਦੋਂ ਹੈ ਹੀ ਸਰਬ ਥਾਈ ਤੇ ਫਿਰ ਕਿਹਨੂੰ ਮਿਲਣਾ ਤੇ ਕਿਹਨੂੰ ਵਿਛੜਨਾ, ਜਦੋਂ ਹਰ ਵੇਲੇ ਹੀ ਮੌਜੂਦ ਹੈ, ਹਰ ਵੇਲੇ ਹੀ ਅੰਗ ਸੰਗ ਹੈ। ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਭੂਤੇ। ਫਿਰ ਤਾਂ ਮਿਲਣਾ ਵਿਛੜਨ ਦੀ ਤਾਂ ਗੱਲ ਹੀ ਨਹੀਂ ਰਹੀ। ਉਹ ਸਰਬ ਥਾਈ ਜਦੋਂ ਵਿਆਪਕ ਹੈ, ਜੈ ਜੈ ਪੇਖੋਂ ਤਹ ਹਜੂਰ, ਦੂਰ ਕਤਹੁ ਨਾ ਜਾਈ, ਰਬ ਰਹਿਆ ਸਰਬੱਤਰ ਮੈਂ ਮਨ। ਸਦਾ ਧਿਆਈ, ਜਿਹੜਾ ਸਰਬੱਤਰ ਥਾਵਾਂ ਤੇ ਰਮਿਆ ਹੋਇਆ, ਜਦੋਂ ਇਹ ਵੇਖ ਲਿਆ ਤੇ ਫਿਰ ਕਿਹਨੂੰ ਮਿਲਣਾ ਤੇ ਕਿਸ ਨੂੰ ਵਿਛੜਨਾ, ਫਿਰ ਉਹ ਤਾਂ ਸਰਬ ਪਾਸੇ ਉਸ ਗੋਬਿੰਦ ਨੂੰ ਹੀ ਵੇਖਦਾ ਹੈ। ਵਿਛੜੈ ਤੋ ਕਤ ਨਾਈ ਨਿਰਾਰੇ। ਕਹਿੰਦੇ ਵਿਛੜੀਏ ਤੇ ਤਾਂ ਜੇ ਉਹਦੇ ਤੋਂ ਕਦੇ ਨਿਰਾਲੇ ਹੋਏ ਹੋਈਏ, ਉਹਦੇ ਤੋਂ ਕਦੇ ਵੱਖਰੇ ਹੋਏ ਹੋਈਏ। ਜਦੋਂ ਉਹੀ ਹਰ ਜਗ੍ਹਾ ਤੇ ਮੌਜੂਦ ਹੈ, ਉਹਦੇ ਤੋਂ ਕਦੇ ਵੱਖਰੇ ਹੋਏ ਹੀ ਨਹੀਂ, ਤੇ ਫਿਰ ਉਹਦੇ ਤੋਂ ਵਿਛੋੜਾ ਕਿਵੇਂ ਹੋਵੇ। ਜੇ ਵਿਛੜੇ ਤੋਂ ਮਿਲਣਾ ਹੋਏ। ਮਹਾਰਾਜ ਜੀ ਕਹਿੰਦੇ ਜੇ ਵਿਛੜੇ ਹੋਈਏ ਤਾਂ ਮਿਲਣਾ ਹੁੰਦਾ ਨਾ, ਜੇ ਵਿਛੜੇ ਹੋਈਏ ਤਾਂ ਮਿਲਣਾ ਹੁੰਦਾ। ਅਸੀਂ ਆਪਣੇ ਕਰਮਾਂ ਕਰਕੇ ਉਹਦੇ ਤੇ ਅੱਗੇ, ਉਹਦੇ ਸਾਹਮਣੇ ਪਰਦਾ ਪਾਇਆ ਹੋਇਆ, ਅੱਖਾਂ ਅੱਗੇ ਨਾ ਪਰਦਾ ਪਾਇਆ ਹੋਇਆ, ਆਪਣੇ ਕੀਤੇ ਕਰਮਾਂ ਦਾ ਪਰਦਾ ਪਾਇਆ ਹੋਇਆ। ਉਹਦੇ ਕਰਕੇ ਸਾਨੂੰ ਇਉਂ ਲੱਗਦਾ ਵੀ ਉਹਦੇ ਤੋਂ ਅਸੀਂ ਵਿਛੜੇ ਹੋਏ ਹਾਂ। ਉਸ ਪਰਦੇ ਨੂੰ ਦੂਰ ਕਰਨ ਵਾਸਤੇ ਬੇਨਤੀਆਂ ਕਰਨੀਆਂ ਨੇ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ। ਆਹ ਸਰੀਰਾਂ ਦਾ ਮਿਲਣਾ ਵਿਛੜਨੇ ਦੀ ਗੱਲ ਨਹੀਂ ਹੋ ਰਹੀ ਇੱਥੇ। ਮਹਾਰਾਜ ਜੀ ਕਹਿੰਦੇ ਤੁਸੀਂ ਸਰੀਰਾਂ ਦੇ ਮਿਲਣ ਵਿਛੜਨ ਦੀ ਗੱਲ ਕਰ ਰਹੇ ਹੋ, ਇੱਥੇ ਗੱਲ ਹੈ ਆਤਮਾ ਦੇ ਮਿਲਾਪ ਦੀ ਪ੍ਰਮਾਤਮਾ ਨਾਲ। ਹਾਂਜੀ। ਨਾ ਤੁਰ ਮਿਥਿਆ ਕਹਿਨੇ ਦੋਏ। ਮਹਾਰਾਜ ਜੀ ਕਹਿੰਦੇ ਜੇ ਵਿਛੜੇ ਹੋਈਏ ਤਾਂ ਮਿਲਣਾ ਹੋਵੇਗਾ, ਇਸ ਕਰਕੇ ਤੁਹਾਡਾ ਇਹ ਕਹਿਣਾ ਵਿਛੜਨਾ ਤੇ ਮਿਲਣਾ ਇਹ ਮਿਥਿਆ ਹੈ। ਵਿਆਪਕ ਦੀਸੇ ਜਿਉ ਆਕਾਸ਼ਾ। ਜਿਵੇਂ ਆਕਾਸ਼ ਸਰਬ ਥਾਈ ਵਿਆਪਕ ਦਿਸਦਾ ਹੈ, ਕਟ ਉਪਾਦਵਤ ਮਾਇਆ ਭਾਸਾ। ਘੜੇ ਦਾ ਜਿਹੜਾ ਆਕਾਰ ਬਣ ਜੇ ਉਪਾਧੀ ਕਰਕੇ ਘਟਾ ਆਕਾਸ਼ ਹੁੰਦਾ, ਉਦਾਂ ਆਕਾਸ਼ ਵਿੱਚ ਤਾਂ ਆਕਾਸ਼ ਤੋਂ ਵਖਰੇਵਾ ਨਹੀਂ, ਤਿਵੇਂ ਤੁਹਾਡੀ ਆਤਮਾ ਉਸ ਪਰਮਾਤਮਾ ਤੋਂ ਵੱਖਰੀ ਨਹੀਂ। ਬਸ ਇਹ ਸਰੀਰ ਦੇ ਮਾਇਆ ਦੇ ਪਰਦੇ ਕਰਕੇ ਤੁਸੀਂ ਉਹਦੇ ਤੋਂ ਆਪਣੇ ਆਪ ਨੂੰ ਵੱਖਰਾ ਸਮਝਦੇ ਹੋ। ਜਦੋਂ ਇਹ ਸਰੀਰ ਦਾ ਪਰਦਾ ਦੂਰ ਕਰ ਦੋਗੇ ਤਾਂ ਘੜਾ ਤੋੜ ਕੇ ਘੜੇ ਅੰਦਰ ਜਿਹੜੀ ਖਾਲੀ ਥਾਂ ਉਹ ਮਹਾਕਾਸ਼ ਵਿੱਚ ਮਿਲ ਜਾਂਦੀ ਹੈ। ਏਦਾਂ ਜਦੋਂ ਇਸ ਸਰੀਰ ਦੇ ਪਰਦੇ ਤੋਂ ਰਹਿਤ ਹੋਵੋਗੇ, ਫਿਰ ਤੁਸੀਂ ਉਸੇ ਪਰਮ ਸੱਤ ਵਿੱਚ ਮਿਲ ਕੇ ਬ੍ਰਹਮ ਰੂਪ ਹੋਵੋਗੇ। ਦੋਹਰਾ ਘਟ ਫੂਟੇ ਆਕਾਸ਼ ਸਭ ਤਿਉ ਮਾਇਆ ਹੋਵੇ ਹਾਨ। ਘੜੇ ਦੇ ਟੁੱਟਦਿਆਂ ਜਿਵੇਂ ਸਭ ਆਕਾਸ਼ ਹੀ ਹੈ, ਏਦਾਂ ਜਦੋਂ ਮਾਇਆ ਦਾ ਵਿਲੈ ਹੁੰਦਾ ਹੈ, ਜਦੋਂ ਇਹ ਮਾਇਆ ਦੀ ਉਪਾਧੀ ਬਿਨਸਦੀ ਹੈ, ਫਿਰ ਇਹ ਪ੍ਰਮਾਤਮ ਸਰੂਪ ਹੀ ਹੋ ਜਾਂਦਾ ਹੈ। ਰੋਵਨ ਹਸਨ ਤੁਮਾਰ ਜੋ ਸਰਬੇ ਆਕਾਰਥ ਜਾਨ। ਮਹਾਰਾਜ ਜੀ ਕਹਿੰਦੇ ਆ ਜਿਹੜਾ ਤੁਸੀਂ ਰੋਂਦੇ ਹੋ ਤੇ ਹੱਸਦੇ ਹੋ, ਇਹ ਤੁਹਾਡਾ ਆਕਾਰਥ ਹੈ, ਨਿਸ਼ਫਲ ਹੈ। ਚੋਪਈ ਹੈ ਅਧੀਨ ਬਾਸ਼ਨ ਨਰ ਸਭ। ਇਹ ਜਿੰਨੇ ਜੀਵ ਨੇ ਵਾਸ਼ਨਾਵਾਂ ਦੇ ਅਧੀਨ ਨੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਕਥਨ ਹੈ, ਉਹ ਕਹਿੰਦੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ। ਇਹ ਜੀਵ ਜਿੰਨੇ ਵੀ ਨੇ ਵਾਸ਼ਨਾਵਾਂ ਦੇ ਅਧੀਨ ਨੇ। ਸਰੀਰ ਬਿਨਸ ਜਾਂਦਾ, ਵਾਸ਼ਨਾ ਨਹੀਂ ਬਿਨਸਦੀ, ਉਹ ਵਾਸ਼ਨਾ ਫਿਰ ਅੱਗੇ ਦੂਸਰਾ ਸਰੀਰ ਦੇ ਦਿੰਦੀ। ਫਿਰ ਸਰੀਰ ਬਿਨਸਦਾ, ਵਾਸ਼ਨਾ ਨਹੀਂ ਬਿਨਸਦੀ, ਉਹ ਵਾਸ਼ਨਾ ਅੱਗੇ ਤੀਸਰਾ ਸਰੀਰ ਦੇ ਦਿੰਦੀ ਹੈ। ਜਦੋਂ ਤੱਕ ਵਾਸ਼ਨਾ ਨਹੀਂ ਬਿਨਸਣੀ, ਉਦੋਂ ਤੱਕ ਸਰੀਰ ਮਿਲਦੇ ਰਹਿਣਗੇ। ਵਾਸ਼ਨਾ ਜਿਹੋ ਜੀ ਹੋਵੇਗੀ, ਸਰੀਰ ਉਦਾਂ ਦਾ ਮਿਲਦਾ ਚਲਾ ਜਾਏ। ਵਾਸ਼ਨਾ ਧਨ ਦੀ ਹੈ ਤਾਂ ਸਰਪ ਜੂਨ, ਵਾਸ਼ਨਾ ਮਕਾਨ ਦੀ ਹੈ ਤਾਂ ਪ੍ਰੇਤ ਜੂਨ,
ਵਾਸ਼ਨਾ ਪੁੱਤਰਾਂ ਧੀਆਂ ਦੀ ਹੈ ਤਾਂ ਸੂਕਰ ਜੂਨ। ਤੋ ਵਾਸ਼ਨਾ ਜੈਸੀ ਹੋਵੇਗੀ ਤੈਸਾ ਸਰੀਰ ਮਿਲਦਾ ਜਾਏਗਾ। ਜਨਮ ਮਰਨ ਦਾ ਚੱਕਰ ਉਦੋਂ ਤੱਕ ਚੱਲਦਾ ਰਹੇਗਾ। ਜਾਂ ਤੇ ਜਨਮ ਤਰਤ ਪੁਨ ਪੁਨ ਤਬ। ਪੁੰਨ ਪੁੰਨ ਮੁੜ ਮੁੜ ਕੇ ਉਸ ਵਾਸ਼ਨਾ ਕਰਕੇ ਇਸ ਜੀਵ ਨੂੰ ਜੰਮਣਾ ਮਰਨਾ ਪੈਂਦਾ। ਮੁੜ ਮੁੜ ਕੇ ਵਾਸ਼ਨਾ ਵੱਧਦਾ ਇਹ ਜੀਵ ਆਉਂਦਾ ਜਾਂਦਾ ਹੈ। ਜਨਮ ਮਰਨ ਬਹੁਤੋ ਦੁਖ ਪਾਵੇ। ਬਹੁਤ ਸਾਰੇ ਜਨਮ ਮਰਨ ਦੇ ਚੱਕਰਾਂ ਵਿੱਚ ਪਿਆ ਇਹ ਜੀਵ ਦੁੱਖ ਪਾਉਂਦਾ ਹੈ। ਜਨਮ ਮਰਨ ਦੇ ਚੱਕਰਾਂ ਵਿੱਚ ਪਿਆ ਦੁੱਖ ਭੋਗਦਾ ਹੈ। ਬਾਰ ਬਾਰ ਆਵੀਂ ਜਗ ਜਾਵੇ। ਬਾਰ ਬਾਰ ਆਉਂਦਾ ਤੇ ਬਾਰ ਬਾਰ ਜਾਂਦਾ। ਸਭ ਤੋਂ ਵੱਡਾ ਦੁੱਖ ਹੀ ਹੈ ਜਨਮ ਤੇ ਮਰਨ ਦਾ ਦੁੱਖ। ਔਰ ਇਹਦੀ ਆਪਣੀ ਵਾਸ਼ਨਾ ਕਰਕੇ ਇਹਨੂੰ ਪ੍ਰਾਪਤ ਹੋ ਰਹੇ ਨੇ। ਆਪਣੀ ਹੀ ਵਾਸ਼ਨਾ ਕਰਕੇ ਜਨਮ ਦਾ ਮਰਦਾ ਰਹਿੰਦਾ ਹੈ। ਗੁਰ ਕੀ ਵਾਕ ਸੁਨੇ ਅਸ ਜਬਈ। ਜਦੋਂ ਸਤਿਗੁਰੂ ਜੀ ਦੇ ਇਹ ਪਾਵਨ ਵਾਕ ਅੰਮ੍ਰਿਤ ਬੋਲ ਇਹਨਾਂ ਨਗਰ ਨਿਵਾਸੀਆਂ ਨੇ ਸਰਵਣ ਕੀਤੇ, ਹਿਰਦੇ ਵਿਚਾਰ ਕੀਓ ਨਰ ਸਭਈ। ਉਸੇ ਵਕਤ ਇਹਨਾਂ ਸਾਰਿਆਂ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ। ਸਤ ਬਚਨ ਇਨ ਸੰਤ ਬਖਾਨੇ। ਮਹਾਰਾਜ ਜੀ ਨੇ ਜੋ ਬਚਨ ਕਹੇ ਨੇ ਬਿਲਕੁਲ ਸੱਤ ਕਹੇ ਨੇ। ਅਸੀਂ ਭਰਮ 'ਚ ਹੀ ਪਏ ਹੋਏ ਸੀ। ਅਸੀਂ ਇਸ ਸਰੀਰ ਨੂੰ ਹੀ ਮਿਲਣਾ ਵਿਛੜਨਾ ਸਮਝਦੇ ਸੀ, ਪਰ ਗੁਰਦੇਵ ਨੇ ਜੋ ਬਚਨ ਕਹੇ ਨੇ ਬਿਲਕੁਲ ਸੱਤ ਕਹੇ ਹਨ। ਮਤ ਹਮਾਰ ਮਿਥਿਆ ਪਹਿਚਾਨੀ। ਸਾਡੀ ਜਿਹੜੀ ਮਤ ਸੀ ਇਹ ਝੂਠੀ ਸੀ। ਅਸੀਂ ਜੋ ਸੋਚੀ ਬੈਠੇ ਸੀ ਉਹ ਝੂਠ ਹੈ, ਉਹ ਕਲਪਨਾ ਹੈ। ਬਿਨ ਸੰਦੇਹ ਪਏ ਜਬ ਸੁਨ ਕੈ। ਮਨ ਦੇ ਸਾਰੇ ਸੰਸ਼ੇ ਇਹਨਾਂ ਦੇ ਦੂਰ ਹੋ ਗਏ ਜਦੋਂ ਇਹ ਸਾਰੇ ਨਿਰਸੰਦੇਹ ਹੋ ਗਏ ਸਤਿਗੁਰਾਂ ਦੇ ਬਚਨ ਸੁਣ ਕੇ। ਬੰਧਨ ਕਰਤ ਪਏ ਗੁਰ ਗੁਣ ਕੈ। ਸਤਿਗੁਰੂ ਜੀ ਨੂੰ ਆਪਣਾ ਗੁਰੂ ਜਾਣ ਕੇ ਇਹ ਸਾਰੇ ਨਗਰ ਨਿਵਾਸੀ ਮਹਾਰਾਜ ਜੀ ਦੇ ਚਰਨਾਂ ਤੇ ਹੁਣ ਬੰਦਨਾ ਕਰਨ ਲੱਗੇ, ਨਮਸਕਾਰ ਕਰਨ ਲੱਗੇ। ਬਿਨੈ ਕਰਤ ਪੇ ਬਾਰੰਗਬਾਰੀ। ਬਾਰ-ਬਾਰ ਸਤਿਗੁਰੂ ਜੀ ਦੇ ਚਰਨਾਂ ਤੇ ਬੇਨਤੀ ਕਰਦੇ ਹਨ। ਹਮਰੀ ਗਤ ਕੀਜੇ ਗਤਕਾਰੀ। ਏ ਮੁਕਤੀ ਦਾਤੇ ਸਤਿਗੁਰੂ ਜੀ, ਅਸੀਂ ਤੁਹਾਡੀ ਸ਼ਰਨ ਵਿੱਚ ਆਂ। ਕਿਰਪਾ ਕਰਕੇ ਸਾਡੀ ਮੁਕਤੀ ਕਰੋ, ਸਾਡੀ ਬੰਦ ਖਲਾਸੀ ਕਰ ਦਿਓ। ਨਿਜ ਉਪਦੇਸ਼ ਦੀਜੀਏ ਹਮਕੋ। ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਆਪਣਾ ਪਵਿੱਤਰ ਪਾਵਨ ਉਪਦੇਸ਼ ਬਖਸ਼ ਕੇ ਨਿਵਾਜੋ। ਸ਼ਰਨ ਪਰੇ ਕੀ ਲਜਿਆ ਤੁਮਕੋ। ਮਹਾਰਾਜ ਜੀ ਤੁਹਾਡੀ ਸ਼ਰਨ 'ਚ ਪਏ ਹਾਂ ਤੇ ਸ਼ਰਨ ਪਿਆਂ ਦੀ ਲਾਜ ਤੁਹਾਨੂੰ ਹੈ। ਮਹਾਰਾਜ ਸ਼ਰਨ ਆਇਆਂ ਦੀ ਲਾਜ ਰੱਖਦੇ ਹੋ ਤੁਸੀਂ। ਮਹਾਰਾਜ ਸ਼ਰਨਪਾਲ ਟੀਕਾ ਹੋ। ਸੁਨ ਅਧੀਨਤਾ ਤਿਨ ਜਗਤੇਸ਼ਾ। ਜਦੋਂ ਇਹਨਾਂ ਨਗਰ ਨਿਵਾਸੀਆਂ ਨੇ ਸਤਿਗੁਰਾਂ ਦੇ ਚਰਨਾਂ 'ਚ ਇਉਂ ਬੇਨਤੀ ਕੀਤੀ, ਇਹਨਾਂ ਦੀ ਅਧੀਨਤਾ ਸਤਿਗੁਰੂ ਜੀ ਨੇ ਸਰਵਣ ਕੀਤੀ। ਦੇਤ ਪਏ ਆਪਨੇ ਉਪਦੇਸ਼ਾ। ਗਰੀਬ ਨਵਾਜ ਸਾਹਿਬ ਜੀ ਇਹਨਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੇ ਕੇ ਨਿਵਾਜਣ ਲੱਗੇ, ਕਹਿਣ ਲੱਗੇ ਸਤਿਨਾਮ ਸਿਮਰੋ ਲਿਵ ਲਾਵੋ। ਤੈਂ ਤੇ ਸਗਰੀ ਇੱਛ ਪੁਜਾਵੋ। ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ। ਉਪਦੇਸ਼ ਕੀ ਦਿੱਤਾ ਕਿ ਜਪਿਆ ਕਰੋ ਸਤਨਾਮ। ਸ੍ਰੀ ਵਾਹਿਗੁਰੂ। ਇਸ ਨਾਮ ਦੇ ਭਜਨ ਤੋਂ ਬਿਨਾਂ ਬੰਦ ਖਲਾਸੀ ਨਹੀਂ ਹੋਣੀ। ਜਿੱਥੇ ਵੀ ਸੰਸਾਰ ਦੇ ਜਿਸ ਕੋਨੇ ਵਿੱਚ ਵੀ ਗੁਰੂ ਨਾਨਕ ਸਾਹਿਬ ਗਏ ਨੇ, ਹਰ ਜਗ੍ਹਾ ਤੇ ਉਪਦੇਸ਼ ਦਿੱਤਾ, ਨਾਮ ਜਪੋ, ਨਾਮ ਜਪੋ। ਸਤਨਾਮ ਸਿਮਰੋ ਲਿਵ ਲਾਭ। ਪਰਮੇਸ਼ਰ ਦਾ ਸੱਚਾ ਨਾਮ ਸਿਮਰੋ ਤੇ ਲਿਵ ਲਾ ਕੇ ਸਿਮਰੋ। ਇੱਕ ਮਹਾਂਪੁਰਸ਼ ਚੰਗੇ ਸਾਧੂ ਉਹ ਕਹਿੰਦੇ ਜਦੋਂ ਸਤਨਾਮ ਸ਼ਬਦ ਆਉਂਦਾ ਨਾ ਤੇ ਸਤਨਾਮ ਦਾ ਮਤਲਬ ਹੁੰਦਾ ਵੀ ਮੂਲ ਮੰਤਰ ਦਾ ਜਾਪ ਜਪੋ। ਮਹਾਂਪੁਰਸ਼ਾਂ ਦੇ ਅਨੁਭਵ ਹੁੰਦੇ ਨੇ ਜਿਹੜਾ ਕਿਤਾਬਾਂ ਚੋਂ ਨਹੀਂ ਲੱਭਦਾ, ਉਹ ਮਹਾਂਪੁਰਸ਼ਾਂ ਸਾਧੂਆਂ ਤੇ ਸੰਤਾਂ ਦੇ ਬਚਨਾਂ ਚੋਂ ਮਿਲ ਜਾਂਦਾ।
ਬਹੁਤ ਕੁਝ ਵਿਦਵਾਨਾਂ ਦੀਆਂ ਕਿਤਾਬਾਂ 'ਚੋਂ ਨਹੀਂ ਮਿਲਦਾ। ਸਾਧੂ ਜਨ ਸਾਧਨਾ ਵਿੱਚੋਂ ਬਹੁਤ ਕੁਝ ਪ੍ਰਾਪਤ ਕਰਦੇ ਨੇ ਤੇ ਉਹਨਾਂ ਦੇ ਬਚਨਾਂ 'ਚੋਂ ਮਿਲ ਜਾਂਦਾ। ਉਹ ਕਹਿੰਦੇ ਜਿੱਥੇ ਸਤਨਾਮ ਸ਼ਬਦ ਆਵੇ ਉਹਦਾ ਮਤਲਬ ਹੈ ਵੀ ਮੂਲ ਮੰਤਰ, ਕਿਉਂਕਿ ਸਤਨਾਮ ਕਿੱਥੇ ਆਇਆ? ਇੱਕ ਓੰਕਾਰ ਸਤ ਨਾਮ, ਮੂਲ ਮੰਤਰ ਚ ਆਉਂਦਾ ਨਾ ਸਤਨਾਮ। ਇਸ ਕਰਕੇ ਕਹਿੰਦੇ ਵੀ ਜਦੋਂ ਸਤਨਾਮ ਆਵੇ ਇਹਦਾ ਮਤਲਬ ਹੈ ਮੂਲ ਮੰਤਰ। ਗੁਰੂ ਨਾਨਕ ਸਾਹਿਬ ਕਹਿੰਦੇ ਆ ਭਾਈ ਮੂਲ ਮੰਤਰ ਦਾ ਜਾਪ ਜਪੋ, ਵਾਹਿਗੁਰੂ ਸਿਮਰੋ ਤੇ ਨਾਲ ਮੂਲ ਮੰਤਰ ਦਾ ਜਾਪ ਜਪੋ। ਤੈਂ ਤੇ ਸਗਰੀ ਇੱਛ ਪੁਜਾਵੋ। ਜਦੋਂ ਮੂਲ ਮੰਤਰ ਦਾ ਜਾਪ ਜਪੋਗੇ, ਜਦੋਂ ਵਾਹਿਗੁਰੂ 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 ਜਪੋਗੇ ਤਾਂ ਤੁਹਾਡੀਆਂ ਸਾਰੀਆਂ ਵਾਸ਼ਨਾਵਾਂ ਸਮਾਪਤ ਹੋਣਗੀਆਂ, ਤੁਹਾਡੀਆਂ ਇੱਛਾਵਾਂ ਦੀ ਪੂਰਤੀ ਹੋਵੇਗੀ। ਹੁਕਮ ਸਤ ਮਾਨੋ ਕਰਤਾਰਾ। ਕਿਉਂਕਿ ਗੁਰਬਾਣੀ ਦਾ ਵੀ ਮਹਾਵਾਕ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਇੱਛਾ ਪੂਰੀਆਂ ਕਰਨ ਵਾਲਾ ਨਾਮ ਹੈ। ਇਸ ਅੰਮ੍ਰਿਤ ਨਾਮ ਨੂੰ ਮੂਲ ਮੰਤਰ ਵੀ ਨਾਮ ਹੈ ਪਰਮੇਸ਼ਰ ਦਾ। ਅਕਾਲ ਪੁਰਖ ਦੇ ਹੀ ਨਾਮ ਨੇ ਨਾ ਵੀ ਉਹ ਇੱਕ ਹੈ, ਪ੍ਰਕਾਸ਼ ਰੂਪ ਹੈ, ਉਹਦਾ ਨਾਮ ਸਤ ਹੈ, ਕਰਤਾ ਹੈ, ਪੂਰਿਆ ਹੋਇਆ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਹੈ, ਅਜੂਨੀ ਹੈ, ਸਵਤੇ ਪ੍ਰਕਾਸ਼ ਹੈ, ਗੁਰੂ ਕਿਰਪਾ ਨਾਲ ਮਿਲਦਾ ਹੈ, ਤ੍ਰਈ ਕਾਲ ਸੱਚ ਹੈ, ਪਹਿਲਾਂ ਵੀ ਸੀ ਹੁਣ ਵੀ ਹੈ ਅੱਗੇ ਨੂੰ ਵੀ ਰਹੇਗਾ। ਇਹ ਅਕਾਲ ਪੁਰਖ ਦਾ ਨਾਮ ਹੀ ਹੈ ਨਾ ਸਾਰਾ। ਤੇ ਜਿਹੜਾ ਇਹ ਨਾਮ ਜਪੇਗਾ, ਮਹਾਰਾਜ ਜੀ ਕਹਿੰਦੇ ਇਸ ਨਾਮ ਦੇ ਜਾਪ ਨਾਲ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰਨ ਹੋਣਗੀਆਂ। ਹੁਕਮ ਸਤ ਮਾਨੋ ਕਰਤਾਰਾ। ਪਹਿਲਾ ਜਪੋ ਨਾਮ, ਫਿਰ ਦੂਜਾ ਪਰਮੇਸ਼ਰ ਦੇ ਹੁਕਮ ਨੂੰ ਸੱਤ ਕਰਕੇ ਮੰਨੋ। ਜੋ ਹੁਕਮ ਹੋਵੇ ਪਰਮੇਸ਼ਰ ਦਾ ਉਹਨੂੰ ਸੱਤ ਕਰਕੇ ਮੰਨਣਾ ਕਿ ਸਭ ਕੁਝ ਹੁਕਮ ਹੈ ਅੰਦਰ, ਸਭ ਕੋ ਬਾਹਰ ਹੁਕਮ ਨਾ ਕੋਏ। ਪਰਮੇਸ਼ਰ ਦੇ ਹੁਕਮ ਨੂੰ ਸੱਤ ਕਰਕੇ ਮੰਨਣਾ, ਉਹਦੇ ਭਾਣੇ 'ਚ ਰਹਿਣਾ ਹੈ। ਮਰਨ ਜੀਵਨ ਜਾਨੋ ਇੱਕ ਸਾਰਾ। ਜੰਮਣਾ ਤੇ ਮਰਨਾ ਸਾਰਿਆਂ ਦਾ ਇੱਕ ਸਾਰ ਕਰਕੇ ਜਾਣੋ। ਹਰਖ ਸ਼ੋਕ ਤੇ ਮਨ ਥਿਰ ਕੀਜੈ। ਜੰਮਣ ਸਮੇਂ ਜਿਵੇਂ ਤੁਸੀਂ ਸੋਗ ਮਨਾਉਂਦੇ ਹੋ ਤੇ ਮਰਨ ਸਮੇਂ ਖੁਸ਼ੀ। ਮਹਾਰਾਜ ਜੀ ਕਹਿੰਦੇ ਹਰਖ ਤੇ ਸੋਗ ਦੋਨਾਂ ਤੋਂ ਰਹਿਤ ਹੋ ਜਾਓ। ਹਰਖ ਨਾ ਸੋਗ, ਇਹੋ ਜੀ ਅਵਸਥਾ ਵਿੱਚ ਟਿਕੋ, ਹਰਖ ਤੇ ਸੋਗ ਦਾ ਤਿਆਗ ਕਰੋ। ਬਿਨ ਸੰਸੇ ਤਬ ਮੁਕਤ ਹੋਵੀਜੈ। ਜਦੋਂ ਹਰਖ ਸੋਗ ਤੋਂ ਰਹਿਤ ਹੋ ਕੇ ਪਰਮੇਸ਼ਰ ਦੀ ਰਜ਼ਾ 'ਚ ਚੱਲ ਕੇ ਉਹਦਾ ਨਾਮ ਜਪੋਗੇ ਤਾਂ ਬਿਨਾਂ ਸੰਦੇਹ ਤੁਸੀਂ ਮੁਕਤੀ ਨੂੰ ਪ੍ਰਾਪਤ ਹੋਵੋਗੇ। ਕਿਉਂਕਿ ਇਹਨਾਂ ਨੇ ਕਿਹਾ ਮਹਾਰਾਜ ਸਾਨੂੰ ਮੁਕਤੀ ਬਖਸ਼ੋ। ਮਹਾਰਾਜ ਜੀ ਕਹਿੰਦੇ ਆਹ ਕੰਮ ਕਰੋ, ਬਿਨਾਂ ਸੰਦੇਹ ਤੁਹਾਨੂੰ ਮੁਕਤੀ ਦਾ ਦਾਨ ਪ੍ਰਾਪਤ ਹੋਵੇਗਾ। ਅਸ ਉਪਦੇਸ਼ ਸੁਨਿਓ ਸਿੱਖ ਪਏ। ਸਤਿਗੁਰੂ ਜੀ ਦਾ ਐਸਾ ਉਪਦੇਸ਼ ਸਰਵਣ ਕਰਕੇ ਸਾਰੇ ਨਗਰ ਨਿਵਾਸੀ ਮਹਾਰਾਜ ਜੀ ਦੇ ਸਿੱਖ ਹੋ ਗਏ। ਸ਼੍ਰੀ ਨਾਨਕ ਮੈਂ ਨਿਸ਼ਚਾ ਕਏ। ਸਭ ਦਾ ਨਿਸ਼ਚਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਬਣ ਗਿਆ। ਸਤ ਸੰਗਤ ਹੋਵਨ ਤੇ ਲਾਗੀ। ਸਤ ਸੰਗ ਹੋਣ ਲੱਗ ਪਿਆ, ਉੱਥੇ ਸਵੇਰੇ ਸ਼ਾਮ ਕਥਾ ਕੀਰਤਨ ਦੇ ਪ੍ਰਵਾਹ ਚੱਲਣ ਲੱਗ ਪਏ। ਮਹਾਰਾਜ ਜੀ ਦਾ ਬਚਨ ਮੰਨ ਕੇ ਸੁੰਦਰ ਧਰਮਸ਼ਾਲਾ ਦੀ ਰਚਨਾ ਕਰ ਲਈ। ਹਰ ਕੀਰਤ ਗਾਵੇਂ ਵੱਡ ਭਾਗੀ। ਧਰਮਸ਼ਾਲਾ 'ਚ ਇਕੱਠੇ ਹੋ ਕੇ ਸਵੇਰੇ ਸ਼ਾਮ ਇਹ ਵੱਡਿਆਂ ਭਾਗਾਂ ਵਾਲੇ ਇਕੱਠੇ ਹੋ ਕੇ ਪਰਮੇਸ਼ਰ ਦੀ ਕੀਰਤੀ ਕਰਨ ਲੱਗੇ, ਸੁਣਨ ਲੱਗੇ। ਸੇਵਾ ਸੰਤਨ ਕੀ ਸਭ ਕਰਈ। ਔਰ ਸਾਰੇ ਸੰਤ ਜਨਾਂ ਦੀ ਸੇਵਾ ਕਰਦੇ ਐ, ਸਤਿਪੁਰਸ਼ਾਂ ਦੀ ਸੇਵਾ ਦੇ ਵਿੱਚ ਤਤਪਰ ਹੁੰਦੇ ਹਨ। ਹਰ ਸ਼ਰਦਾ ਹਰ ਨਾਮ ਸਿਮਰਈ। ਖਾਲਸਾ ਜੀ ਨਾਲੇ ਸੇਵਾ ਕਰਦੇ ਨੇ, ਨਾਲੇ ਸ਼ਰਧਾ ਧਾਰਨ ਕਰਕੇ ਨਾਮ ਜਪਦੇ ਐ। ਨਾਮ ਜਪਦੇ ਐ
ਨਾਲੇ ਭਾਈ ਸੇਵਾ ਦੇ ਨਾਲ ਨਾਲ ਸਿਮਰਨ ਕਰਦੇ ਹਨ। ਦੋਹਰਾ ਕਿਤਕ ਦਿਵਸ ਸ੍ਰੀ ਗੁਰ ਰਾਏ, ਦੀਨੋ ਧਰਮ ਦ੍ਰਿੜਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੁਝ ਸਮਾਂ ਰਹੇ, ਖਾਲਸਾ ਜੀ ਮਹਾਰਾਜ ਜੀ ਨਾਮ ਜਪਣ ਦਾ ਉਪਦੇਸ਼ ਦਿੰਦੇ, ਨਾਲ ਪਰਹੇਜ਼ ਵੀ ਦੱਸਦੇ। ਜਿਵੇਂ ਡਾਕਟਰ ਦਵਾਈ ਦਿੰਦਾ ਨਾ, ਤੇ ਵੈਦ ਦਵਾਈ ਦੇ ਕੇ ਤੇ ਨਾਲ ਪਰਹੇਜ਼ ਦੱਸਦਾ, ਭਾਈ ਆਹ ਚੀਜ਼ਾਂ ਨਾ ਖਾਈ, ਜਿੰਨਾ ਚਿਰ ਇਹ ਦਵਾਈ ਖਾਣੀ ਇਹ ਬਿਮਾਰੀ ਠੀਕ ਨਹੀਂ ਹੁੰਦੀ, ਉਦੋਂ ਤਾਈਂ ਆਹ ਭਾਰੀਆਂ ਚੀਜ਼ਾਂ ਨਾ ਖਾਈ। ਪਰਹੇਜ਼ ਰੱਖੇ ਫਿਰ ਦਵਾਈ ਅਸਰ ਕਰਦੀ ਹੈ, ਪਰਹੇਜ਼ ਨਾ ਕਰੇ ਫਿਰ ਦਵਾਈ ਦਾ ਵੀ ਕੋਈ ਅਸਰ ਨਹੀਂ। ਇੱਕ ਬਿਮਾਰ ਸੀ ਆਦਮੀ, ਪੇਟ ਦੇ ਵਿੱਚ ਉਹਦੇ ਕੋਈ ਬਿਮਾਰੀ ਸੀ, ਭਾਰਾ ਰਹਿਣਾ ਪੇਟ। ਵੈਦ ਕੋਲ ਗਿਆ, ਵੈਦ ਨੂੰ ਕਹਿੰਦਾ, ਡਾਕਟਰ ਸਾਹਿਬ ਵੀ ਮੈਂ ਪੇਟ ਦੇ ਬਿਮਾਰੀ ਤੋਂ ਵਿਆਕੁਲ ਹਾਂ। ਉਹਨੇ ਵੇਖਿਆ ਵੀ ਇਹਦਾ ਖਾਣਾ ਪੀਣਾ, ਪੁੱਛਿਆ ਕਿੱਦਾਂ ਦਾ, ਕਹਿਣ ਲੱਗਾ ਸੱਜਣਾ ਵੀ ਹਲਕਾ ਹਲਕਾ ਖਾਈ, ਤੇ ਆ ਦਵਾਈ ਲੈ ਲੈ, ਨਾਲ ਇਹ ਦਵਾਈ ਦਾ ਸੇਵਨ ਕਰੀ, ਪਰ ਖਾਣਾ ਹਲਕਾ। ਕਹਿੰਦਾ ਜੀ ਠੀਕ ਹੈ। ਤੁਰਿਆ ਜਾਵੇ, ਸੋਚਦਾ ਵੀ ਹਲਕੀ ਚੀਜ਼ ਕਿਹੜੀ ਹੈ ਜਿਹੜੀ ਖਾਈਏ। ਕਹਿੰਦਾ ਇਹ ਧਰਤੀ ਭਾਰੀ ਹੈ, ਧਰਤੀ ਤੋਂ ਹਲਕਾ ਹੈ ਪਾਣੀ, ਪਾਣੀ ਤੋਂ ਹਲਕੀ ਚੀਜ਼ ਕਿਹੜੀ ਹੋਣੀ? ਪਾਣੀ ਪੀਣਾ ਚਾਹੀਦਾ। ਘਰ ਗਿਆ ਤੇ ਪਾਣੀ ਪਾਇਆ, ਤੇ ਪਾਣੀ ਦੇ ਵਿੱਚ ਉੱਤੇ ਥੋੜਾ ਜਿਹਾ ਤੇਲ ਪਾ ਕੇ ਵੇਖਿਆ, ਕਹਿੰਦਾ ਯਾਰਾ ਪਾਣੀ ਨਾਲੋਂ ਹਲਕਾ ਤਾਂ ਤੇਲ ਹੈ, ਵੀ ਜਿਹੜਾ ਉੱਤੇ ਤਰ ਗਿਆ ਤੇ ਪਾਣੀ ਥੱਲੇ ਰਹਿ ਗਿਆ, ਵੀ ਪਾਣੀ ਨਾਲੋਂ ਹਲਕਾ ਤੇਲ ਹੈ। ਤੇਲ ਕੜਾਹੀ 'ਚ ਪਾਇਆ, ਆਟਿਆਂ ਦੇ ਪੇੜੇ ਗੁੰਨੇ ਤੇ ਉਹਨਾਂ ਦੀਆਂ ਰੋਟੀਆਂ ਜੀਆਂ ਬਣਾ ਕੇ, ਜਦੋਂ ਤੇਲ ਗਰਮ ਜਿਹਾ ਹੋਇਆ ਵਿੱਚ ਪਾਈ ਨਾ ਪੂੜੀ। ਕਹਿੰਦਾ ਮਿੱਤਰਾ ਪੂੜੀ ਤਾਂ ਤੇਲ ਨਾਲੋਂ ਵੀ ਹਲਕੀ ਆ, ਉੱਤੇ ਤਰੀ ਜਾਂਦੀ, ਇਹਦੇ ਤੋਂ ਹਲਕੀ ਚੀਜ਼ ਕਿਹੜੀ ਹੋਣੀ? ਆ ਛਕਦੇ ਆ। ਡਾਕਟਰ ਨੇ ਵੀ ਕਿਹਾ ਵੀ ਹਲਕਾ ਖਾਣਾ। ਕਈ ਬੰਦਿਆਂ ਨੂੰ ਜਦੋਂ ਪਥ ਪਰਹੇਜ਼ ਦੱਸੇ ਜਾਂਦੇ ਆ ਨਾ, ਉਹ ਆਪਣੀ ਸਹੂਲਤ ਦੇ ਮੁਤਾਬਕ ਉਹ ਪਥ ਪਰਹੇਜ਼ ਬਣਾ ਲੈਂਦੇ। ਗੁਰੂ ਪਾਤਸ਼ਾਹ ਨੇ ਕਿਹਾ ਕਿ ਆਹ ਕੰਮ ਨਹੀਂ ਕਰਨਾ, ਪਰਹੇਜ਼ ਨਾਲ ਆ ਬਾਣੀ ਪੜ੍ਹਨੀ, ਭਜਨ ਕਰਨਾ। ਇਹਨੇ ਵੇਖਿਆ ਵੀ ਗੁਰੂ ਸਾਹਿਬ ਨੇ ਕਿਹਾ ਵੀ ਆਹ ਕੰਮ ਨਹੀਂ ਕਰਨਾ, ਪਰ ਇਹਨੂੰ ਥੋੜੇ ਜਿਹੇ ਹੋਰ ਤਰੀਕੇ ਨਾਲ ਕਰ ਲੈਂਦੇ ਆ, ਯਾਨੀ ਕਿ ਆਪਣੀ ਮਰਜ਼ੀ ਮੁਤਾਬਕ ਕੋਈ ਏਦਾਂ ਦਾ ਸਾਧਨ ਬਣਾ ਲੈਂਦਾ। ਜਿਵੇਂ ਸੁਥਰੇ ਨੂੰ ਕਿਹਾ ਕੇਤੇ ਲੈ ਲੈ ਮੁੱਕਰ ਪਾਹੇ, ਕਹਿੰਦੀ ਤਾਂ ਬਾਣੀ ਪਈ ਹੈ ਨਾ, ਵੀ ਕੋਈ ਨਹੀਂ, ਗੁਰਬਾਣੀ ਕਹਿ ਰਹੀ ਆ ਵੀ ਲੈ ਲੈ ਕੇ ਮੁੱਕਰ ਜਾਓ। ਅਗਲੀ ਪੰਕਤੀ ਕਹਿੰਦਾ ਹੋਰ ਪੜ ਲੈਣਗੇ, ਮੈਂ ਵੀ ਤਾਂ ਗੁਰੂ ਕਾ ਬਚਨ ਹੀ ਮੰਨ ਰਿਹਾ। ਏਦਾਂ ਬਹੁਤ ਸਾਰਿਆਂ ਲੋਕਾਂ ਨੇ ਨਾ ਆਪਣੇ ਪਥ ਪਰਹੇਜ਼ ਆਪ ਹੀ ਬਣਾਏ ਹੋਏ, ਆਪਣੀ ਮਰਜ਼ੀ ਮੁਤਾਬਕ। ਮਰਿਆਦਾ ਉਹ ਬਣਾ ਲਈ ਜਿਹੜੀ ਮੈਨੂੰ ਚੰਗੀ ਲੱਗੇ, ਜਿਹੜੀ ਗੁਰੂ ਨੂੰ ਭਾਉਂਦੀ ਆ ਉਹਨੂੰ ਛਿੱਕੇ ਟੰਗ ਦਿੰਦਾ। ਆਹ ਵਰਤਾਰਾ ਅੱਜ ਕੱਲ ਸਾਡੇ ਸਮਾਜ ਵਿੱਚ ਵਰਤਦਾ। ਫਿਰ ਕਹਿੰਦੇ ਆ ਸਾਡੇ ਤੇ ਗੁਰੂ ਦੀ ਖੁਸ਼ੀ ਨਹੀਂ ਵਰਤਦੀ। ਸੱਜਣਾ ਹਲਕਾ ਖਾਣਾ ਤਾਂ ਛੱਡਿਆ ਨਹੀਂ, ਜਿਹੜਾ ਹਲਕਾ ਉਹ ਆਪਣੀ ਮਰਜ਼ੀ ਮੁਤਾਬਕ ਬਣਾ ਲਈ, ਮਰਿਆਦਾ ਆਪਣੀ ਮਰਜ਼ੀ ਮੁਤਾਬਕ ਬਣਾ ਲਈ, ਗੱਲਾਂ ਆਪਣੀਆਂ ਮਰਜ਼ੀ ਮੁਤਾਬਕ ਬਣਾ ਲਈਆਂ, ਉੱਤੇ ਲੇਬਲ ਗੁਰੂ ਦਾ ਲਾ ਦਿੱਤਾ ਵੀ ਗੁਰੂ ਨੇ ਕਿਹਾ। ਤੇ ਖਾਲਸਾ ਜੀ ਫਿਰ ਗੁਰੂ ਕੀ ਖੁਸ਼ੀ ਦੇ ਪਾਤਰ ਕਿਵੇਂ ਹੋ ਸਕਦੇ? ਜੇ ਗੁਰੂ ਕੀ ਖੁਸ਼ੀ ਦੇ ਪਾਤਰ ਬਣਨਾ, ਗੁਰੂ ਨੇ ਵੈਦ ਬਣ ਕੇ ਜਿਹੜੀ ਦਵਾਈ ਦਿੱਤੀ, ਉਸ ਦਵਾਈ ਦਾ ਸੇਵਨ ਕਰਦਿਆਂ ਨਾਲ ਉਹਨਾਂ ਹਰ ਇੱਕ ਚੀਜ਼ਾਂ ਦਾ ਪਰਹੇਜ਼ ਕਰਨਾ ਜਿਨ੍ਹਾਂ ਬਾਰੇ ਗੁਰੂ ਨੇ ਕਿਹਾ ਵੀ ਇਹਨਾਂ ਦਾ ਤਿਆਗ ਕਰਨਾ। ਫਿਰ ਉਹ ਤਿਆਗੜੀਆਂ ਨੇ ਆਪਣੀ ਮਰਜ਼ੀ ਮੂਚਮ ਨਹੀਂ ਚੱਲਣਾ, ਗੁਰੂ ਮਰਜ਼ੀ ਮੁਤਾਬਕ ਚੱਲਣਾ। ਤੇ ਜਿਹੜੇ ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਕਰਦੇ ਐ, ਉਹ ਫਿਰ ਗੁਰੂ ਖਾਲਸਾ ਜੀ ਮੋਕਸ਼ ਨੂੰ ਪ੍ਰਾਪਤ ਹੋ ਜਾਂਦੇ।
ਇਹ ਜਿੰਨੇ ਵੀ ਸੀ ਇਹਨਾਂ ਨੇ ਗੁਰੂ ਕੇ ਬਚਨ ਕਮਾਏ, ਜੋ ਜੋ ਸਤਿਗੁਰਾਂ ਨੇ ਕਿਹਾ ਉਹਦੀ ਪਾਲਣਾ ਕੀਤੀ, ਦਿਨਾਂ ਵਿੱਚ ਹੀ ਆਤਮ ਗਿਆਨ ਨੂੰ ਪ੍ਰਾਪਤ ਹੋ ਗਏ। ਸਤਿ ਸ੍ਰੀ ਅਕਾਲ। ਕੁਝ ਦਿਨ ਸਤਿਗੁਰਾਂ ਨੇ ਇੱਥੇ ਰਹਿ ਕੇ ਇਹਨਾਂ ਨੂੰ ਧਰਮ ਦ੍ਰਿੜ ਕਰਵਾਇਆ। ਕਰ ਸੰਤੋਖ ਸਿੰਘ ਬੰਦਨਾ, ਪੂਰਨ ਹੋਏ ਅਧਿਆਈ। ਮਹਾਕਵੀ ਜੀ ਕਹਿੰਦੇ ਮੈਂ ਇਸ ਅਧਿਆਏ ਨੂੰ ਇੱਥੇ ਸੰਪੂਰਨ ਕਰਕੇ ਗੁਰੂ ਚਰਨਾਂ ਵਿੱਚ ਬੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਦੋਹਰਾ ਸੁਮਤ ਸਦਨ ਕੁਮਤੈ ਕਦਨ, ਇੰਦ ਬਦਨ ਜਗ ਮਾਏ। ਸੁਮਤ ਦਾ ਘਰ ਤੇ ਕੁਮਤ ਦਾ ਨਾਸ ਕਰਨ ਵਾਲੇ, ਜਿਸ ਦਾ ਮੁਖ ਚੰਦਰਮਾ ਦੇ ਸਮਾਨ ਇਸ ਜਗਤ ਵਿੱਚ ਪ੍ਰਕਾਸ਼ਦਾ ਹੈ। ਬੰਦੋਂ ਪਦ ਅਰਬਿੰਦ ਤੇ ਕਹੋ ਕਥਾ ਸੁਖਦਾਈ। ਚੰਦਰਮਾ ਵਰਗੇ ਸੋਹਣੇ ਮੂੰਹ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲਾਂ ਦੇ ਉੱਤੇ ਮੈਂ ਮੱਥਾ ਟੇਕ ਕੇ ਨਮਸਕਾਰ ਕਰਕੇ, ਜੋ ਸੁਮਤ ਦਾ ਪ੍ਰਕਾਸ਼ ਕਰਨ ਵਾਲੇ ਤੇ ਕੁਮਤ ਦਾ ਨਾਸ ਕਰਨ ਵਾਲੇ ਨੇ, ਉਹਨਾਂ ਦੇ ਚਰਨਾਂ ਤੇ ਪ੍ਰਣਾਮ ਕਰਕੇ ਮੈਂ ਇਸ ਪਾਵਨ ਅੰਮ੍ਰਿਤਮਈ ਕਥਾ ਨੂੰ ਸਰਵਣ ਕਰਾਉਂਦਾ ਹਾਂ। ਚੌਪਈ ਸੁਨੀਏ ਸ਼੍ਰੀ ਅੰਗਤ ਇਤਿਹਾਸਾ। ਇਹ ਕਥਾ ਬ੍ਰਹਮ ਗਿਆਨੀ ਭਾਈ ਬਾਲਾ ਜੀ ਸੁਣਾ ਰਹੇ ਨੇ। ਗੁਰੂ ਅੰਗਦ ਸਾਹਿਬ ਜੀ ਸੁਣੋ ਇਸ ਅੰਮ੍ਰਿਤਮਈ ਕਥਾ ਨੂੰ। ਵਿਦਾ ਹੋਏ ਗਮਨੀ ਸੁਖ ਰਾਸਾ। ਗੁਰੂ ਖੰਡ ਤੋਂ ਸਤਿਗੁਰੂ ਜੀ ਵਿਦਾ ਹੋ ਕੇ ਚੱਲੇ ਹਨ। ਕੀਤਮਾਲ ਜੇ ਖੰਡ ਸੁਹਾਵਾ। ਚੱਲ ਕੇ ਮਹਾਰਾਜ ਜੀ ਕੇਤਮਾਲ ਨਾਮਕ ਇੱਕ ਖੰਡ ਹੈ, ਬੰਗਾਲ ਦਾ ਜਿਹੜਾ ਇਲਾਕਾ ਹੈ, ਇਹਨੂੰ ਕੇਤਮਾਲ ਦਾ ਇਲਾਕਾ ਕਹਿੰਦੇ ਹਨ। ਤੋ ਸਤਿਗੁਰੂ ਜੀ ਇਸ ਕੇਤਮਾਲ ਦੇ ਇਲਾਕੇ 'ਚ ਕੇਤਮਾਲ ਖੰਡ ਵਿੱਚ ਆਏ ਹਨ। ਤਹਾਂ ਪਹੁੰਚੇ ਦੁਖ ਬਨ ਦਾਵਾ। ਦੁੱਖਾਂ ਰੂਪੀ ਜੰਗਲ ਨੂੰ ਸਾੜ ਕੇ ਸਵਾਹ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕੇਤਮਾਲ 'ਚ ਆਏ ਹਨ। ਊਪ ਪ੍ਰਜਾ ਤੇ ਕੀ ਨਰ ਸਾਰੇ। ਇੱਥੋਂ ਦਾ ਜਿਹੜਾ ਨਗਰ ਦਾ ਰਾਜਾ ਤੇ ਇੱਥੋਂ ਦੀ ਜਿਹੜੀ ਪ੍ਰਜਾ ਸੀ, ਸਾਰੇ ਇਕੱਠੇ ਹੋ ਕੇ ਪੂਜੈ ਸ਼੍ਰੀ ਚੰਡੀ ਹਿਤ ਧਾਰੇ। ਇਹ ਚੰਡੀ ਦੀ ਪੂਜਾ ਕਰਦੇ ਸੀ, ਚੰਡਕਾ ਨੂੰ ਮਨਾਉਂਦੇ ਸਨ, ਚੰਡਕਾ ਦੀ ਪੂਜਾ ਕਰਦੇ ਸਨ। ਮੇਲਾ ਹੁਤੋ ਵਿਸ਼ਾਲ ਸੁਤੇਵਾ। ਜਦੋਂ ਸਤਿਗੁਰੂ ਜੀ ਗਏ ਉਸ ਦਿਨ ਚੰਡੀ ਦੇ ਮੰਦਰ ਵਿੱਚ ਮੇਲਾ ਸੀ, ਬੜਾ ਵੱਡਾ ਮੇਲਾ ਲੱਗਾ ਹੋਇਆ ਸੀ। ਪਵਨ ਕਾਲ ਕਾ ਰਾਜਤ ਜੇਵਾ। ਜਿੱਥੇ ਕਾਲਕਾ ਦਾ ਮੰਦਰ ਹੈ ਬੜਾ ਵੱਡਾ, ਤੋ ਕਾਲਕਾ ਦਾ ਭਵਨ ਹੈ ਬੜਾ ਵਿਸ਼ਾਲ। ਐਸੇ ਸ਼੍ਰੀ ਗੁਰ ਮਾਰਗ ਮਾਈ। ਸਤਿਗੁਰੂ ਜੀ ਜਿਹੜਾ ਰਸਤਾ ਸੀ ਨਾ ਉਸ ਮੰਦਰ ਵਿੱਚ ਜਾਣ ਆਵਣ ਦਾ, ਉਸੇ ਰਸਤੇ ਵਿੱਚ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਜਾ ਕੇ ਬੈਠ ਗਏ, ਸਜ ਗਏ। ਨਰ ਅਨੇਕ ਆਵੇ ਇੱਕ ਜਾਈ। ਅਨੇਕਾਂ ਨਰ ਆ ਰਹੇ ਨੇ, ਇੱਕ ਜਾ ਰਹੇ ਹਨ, ਯਾਨੀ ਕਿ ਮੇਲਾ ਲੱਗਾ ਹੋਇਆ ਹੈ। ਲੀਲੇ ਬਲੀ ਪਸ਼ੂ ਭੇਟ ਚੜਾਵੇ। ਉੱਥੇ ਲੋਕ ਲੇਲੇ, ਭੇਡ, ਬੱਕਰੇ ਤੇ ਏਦਾਂ ਦੇ ਜਾਨਵਰ ਲਿਜਾ ਕੇ ਤੇ ਚੰਡੀ ਦੇ ਮੰਦਿਰ 'ਚ ਉਹਦੀ ਬਲੀ ਦੇ ਰਹੇ ਸਨ। ਉਹ ਭੇਟਾ ਚੜਾ ਰਹੇ ਸਨ ਤੇ ਬਲੀਆਂ ਦੇ ਰਹੇ ਸਨ। ਪਰ ਪਾਵੇ ਨਿਜ ਸੀਸ ਝੁਕਾਵੇ। ਔਰ ਬਲੀ ਦੇ ਕੇ ਚੰਡੀ ਦਾ ਵਰ ਪ੍ਰਾਪਤ ਕਰਦੇ ਤੇ ਸੀਸ ਝੁਕਾਉਂਦੇ ਸਨ। ਜਬੇ ਨਿਰਪਤਲੇ ਆਇਓ ਟੋਲਾ। ਇਹਨੇ ਨੂੰ ਰਾਜਾ ਸੀ ਜਿਹੜਾ ਉਸ ਨਗਰ ਦਾ, ਉਹ ਵੀ ਆਪਣੇ ਟੋਲੇ ਸਮੇਤ ਜਿਹੜੇ ਉਹਦੇ ਨਾਲ ਦੇ ਨੌਕਰ ਚਾਕਰ ਅਹਿਲਕਾਰ ਵਜ਼ੀਰ ਸੀ, ਉਹਨਾਂ ਨੂੰ ਨਾਲ ਲੈ ਕੇ ਆਇਆ। ਹਮੇ ਬਿਲੋਕਤ ਮੁਖ ਤੇ ਬੋਲਾ। ਰਾਜੇ ਦੀ ਨਿਗਾਹ ਗੁਰੂ ਨਾਨਕ ਸਾਹਿਬ, ਭਾਈ ਬਾਲੇ ਤੇ ਭਾਈ ਮਰਦਾਨੇ ਤੇ ਪੈ ਗਈ। ਉਹਨੇ ਵੇਖਿਆ ਵੀ ਕੋਈ ਵਿਦੇਸ਼ੀ ਬੰਦੇ ਨੇ, ਸਾਡੇ ਦੇਸ਼ ਦੇ ਨਹੀਂ। ਪਹਿਰਾਵੇ ਤੋਂ ਵੇਖ ਕੇ ਪਛਾਣਿਆ, ਵੇਸ਼ ਭੂਸ਼ਾ ਜਿਹੜੀ ਸਰੀਰ ਦੀ ਸੀ ਉਹਦੇ ਤੋਂ ਪਹਿਚਾਣਿਆ। ਰਾਜੇ ਦੀ ਨਿਗਾਹ ਪੈ ਗਈ। ਅਪਰਦੇਸ਼ ਕੇ ਮਨੁਜ ਦਿਸਾਵੇ। ਵੇਖ ਕੇ ਆਪਣੇ ਸਿਪਾਹੀਆਂ ਨੂੰ ਕਹਿੰਦਾ ਵੀ ਆਹ ਜਿਹੜੇ 3 ਬੰਦੇ ਬੈਠੇ ਨੇ ਇੱਥੇ, ਇਹ ਸਾਡੇ ਦੇਸ਼ ਦੇ ਨਹੀਂ ਜਾਪਦੇ, ਇਹ ਕਿਸੇ ਹੋਰ ਦੇਸ਼ ਦੇ ਬੰਦੇ ਨੇ ਜਿਹੜੇ ਇੱਥੇ ਆਪਣੇ ਘਰ ਚੱਲ ਕੇ ਆਏ ਨੇ। ਇੱਕ ਗੈਲੀ ਮੈਂ ਭੇਟ ਚੜਾਵੇ। ਏਦਾਂ ਕਰੀਏ ਵੀ ਪਸ਼ੂਆਂ ਦੀਆਂ ਬਲੀਆਂ ਤਾਂ ਆਪਾਂ ਬੜੀਆਂ ਦਿੱਤੀਆਂ ਪਹਿਲਾਂ, ਅੱਜ ਮੌਕਾ ਬਣ ਗਿਆ, ਅੱਜ ਚੰਡੀ ਦੀ ਭੇਟਾ ਕੋਈ ਬੰਦਾ ਦਈਏ।
ਆ ਇਹਨਾਂ ਤਿੰਨਾਂ ਵਿੱਚੋਂ ਇੱਕ ਨੂੰ ਫੜ ਲਿਆਓ, ਉਹਦੀ ਬਲੀ ਦੇਾਂਗੇ ਆਪਾਂ। ਇੱਕ ਨੂੰ ਪਕੜ ਕੇ ਲੈ ਆਓ, ਉਹਦੀ ਆਪਾਂ ਬਲੀ ਦੇਵਾਂਗੇ। ਸੁਨੀਏ ਸ਼੍ਰੀ ਅੰਗਦ ਕਹਿ ਬਾਲਾ। ਭਾਈ ਬਾਲਾ ਜੀ ਕਹਿੰਦੇ, ਹੈ ਗੁਰੂ ਅੰਗਦ ਸਾਹਿਬ ਜੀ ਸੁਣੋ। ਹਾਂਜੀ। ਮੁਝ ਕੋ ਗੈਲੀ ਨੋ ਤੈਂ ਕਾਲਾ। ਕਹਿੰਦੇ ਉਸ ਵਕਤ ਰਾਜੇ ਦੇ ਸਿਪਾਹੀਆਂ ਨੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਫੜ ਲਿਆ। ਤਿੰਨੇ ਬੈਠੇ ਸੀ ਅਸੀਂ, ਉਹਨਾਂ ਆਖਿਆ ਵੀ ਇੱਕ ਨੂੰ ਲਿਆਓ ਫੜ ਕੇ, ਇੱਕ ਦੀ ਬਲੀ ਦੇਾਂਗੇ ਚੰਡੀ ਦੇ ਮੰਦਿਰ 'ਚ। ਭਾਈ ਸਾਹਿਬ ਭਾਈ ਬਾਲਾ ਜੀ ਕਹਿੰਦੇ ਸਿਪਾਹੀ ਆਏ, ਉਹਨਾਂ ਨੇ ਮੈਨੂੰ ਆ ਕੇ ਪਕੜ ਲਿਆ। ਬੋਹਰ ਖਾਏ ਬਜਾਵੇਂ ਢੋਲੂ। ਬੜੇ ਖੁਸ਼ ਹੋਏ ਤੇ ਨਾਲ ਢੋਲ ਵਜਾਈ ਜਾਣ। ਮੇਰੇ ਗਲ ਦੇ ਵਿੱਚ ਹਾਰ ਪਾ ਦਿੱਤਾ ਫੁੱਲਾਂ ਦਾ ਵੀ ਇਹਦੀ ਬਲੀ ਦੇਣੀ ਹੈ। ਮੈਨੂੰ ਫੜ ਕੇ ਨਾਲ ਟੋਰ ਲਿਆ, ਨਾਲ ਢੋਲ ਵਜਾਈ ਜਾਣ ਤੇ ਨੱਚੀ ਟੱਪੀ ਜਾਣ, ਕਿਲਕਾਰੀਆਂ ਮਾਰੀ ਜਾਣ। ਮੁਝੇ ਚਲਾਇਓ ਅਗਰਜ ਟੋਲੂ। ਔਰ ਮੈਨੂੰ ਸਾਰਿਆਂ ਤੋਂ ਅੱਗੇ ਮੂਹਰੇ ਕਰਕੇ ਟੋਰ ਲਿਆ। ਕਹੀਂ ਕੈ ਪੇਟ ਪਲੀ ਅਮ ਪਾਈ। ਕਹਿੰਦੇ ਵਾਹ ਜੀ ਵਾਹ, ਬੜੀ ਵਧੀਆ ਭੇਟਾ ਮਿਲੀ ਚੰਡੀ ਨੂੰ ਭੇਟਾ ਕਰਨ ਵਾਸਤੇ। ਇੱਕ ਨਰ ਦੀ ਬਲੀ ਦੇਾਂਗੇ ਤਾਂ ਬੜੀ ਉੱਤਮ ਭੇਟਾ ਹੈ। ਹੋਏ ਪ੍ਰਸੰਨ ਬਰ ਦੇ ਜਗ ਮਾਈ। ਤੇ ਸਾਡੇ ਤੇ ਮਾਤਾ ਪ੍ਰਸੰਨ ਹੋ ਕੇ ਸਾਨੂੰ ਵਰ ਦੇਵੇਗੀ। ਜਦੋਂ ਇਹ ਨਰ ਬਲੀ ਦੇਵਾਂਗੇ, ਇਹਦੀ ਬਲੀ ਦੇ ਕੇ ਚੰਡੀ ਸਾਨੂੰ ਵਰ ਦੇਵੇਗੀ। ਤਿਸ ਛਿਨ ਆਇਓ ਟਿਗ ਮਰਦਾਨਾ। ਭਾਈ ਬਾਲੇ ਜੀ ਨੂੰ ਲਈ ਜਾਣ ਅੱਗੇ ਅੱਗੇ, ਤੇ ਭਾਈ ਮਰਦਾਨਾ ਜੀ ਵੀ ਪਿੱਛੇ ਪਿੱਛੇ ਆ ਗਏ ਨਾਲ। ਭਾਈ ਬਾਲਾ ਜੀ ਦੇ ਨਾਲ ਨਾਲ ਟੁਰਨ ਲੱਗ ਪਏ। ਮੁਝ ਸੋ ਇਸ ਬਿਦ ਬਚਨ ਬਖਾਨਾ। ਭਾਈ ਮਰਦਾਨਾ ਜੀ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਬਾਲੇ ਰਿਓ ਜੀਵਨਾ ਤੇਰਾ। ਬਾਲਿਆ ਅੱਗੇ ਮੈਂ ਕਾਬੂ ਆਉਂਦਾ ਹੁੰਦਾ ਸੀ, ਜਿੱਥੇ ਕਿੱਥੇ ਅੱਜ ਤੂੰ ਆਇਆ। ਵੀ ਬਸ ਹੁਣ ਤੇਰਾ ਸਮਾਂ ਥੋੜਾ ਹੀ ਹੈ ਬਾਲਿਆ। ਭਾਈ ਮਰਦਾਨੇ ਨੂੰ ਪਤਾ ਸੀ ਵੀ ਜਿਹਦਾ ਸਾਹਿਬ ਡਾਢਾ ਹੋਵੇ ਉਹਨੂੰ ਕਿਹਨੇ ਮਾਰ ਸਕਣਾ। ਜੇ ਮੈਨੂੰ ਕੋਡੇ ਨੂੰ ਤਲਣ ਨਹੀਂ ਦਿੱਤਾ ਤੇ ਭਲਾ ਬਾਲੇ ਨੂੰ ਵਾਲ ਵਿੰਗਾ ਹੋਣ ਦੇਣਗੇ। ਮਰਦਾਨਾ ਜਾਣਦਾ ਸੀ। ਆ ਕੇ ਆਸ ਰਸ ਵਿੱਚ ਨਾ ਭਾਈ ਬਾਲੇ ਦੇ ਕੋਲੇ, ਬਾਲਿਆ ਵੀ ਅੱਜ ਤੂੰ ਆ ਗਿਆ ਕਾਬੂ, ਤੇ ਹੁਣ ਤੇਰਾ ਜੀਵਣਾ ਸਮਾਪਤ ਹੈ। ਹਾਂਜੀ। ਮ੍ਰਿਤਿਉ ਕਾਲ ਨੇ ਤੋ ਕੋ ਘੇਰਾ। ਮੈਨੂੰ ਤਾਂ ਇਉਂ ਲੱਗਦਾ ਬਾਲਿਆ ਵੀ ਮੌਤ ਆ ਗਈ ਹੈ ਤੇਰੀ। ਕਾਲ ਨੇ ਤੈਨੂੰ ਆ ਕੇ ਘੇਰ ਲਿਆ। ਸਿਰ ਉਤਾਰ ਕੇ ਪੇਟ ਚੜਾਵੇ। ਤੇ ਮੈਨੂੰ ਏਦਾਂ ਪਤਾ ਲੱਗਾ ਵੀ ਇੱਥੇ ਜਿਹੜੇ ਬਲੀ ਦਿੰਦੇ ਆ ਸਿਰ ਲਾ ਕੇ ਦਿੰਦੇ ਆ। ਤੇ ਬਾਲਿਆ ਇਹਨਾਂ ਨੇ ਤੇਰਾ ਸਿਰਾ ਗਰਦਨ ਨਾਲੇ ਹੱਥ ਲਾਵੇ ਵੀ ਇੱਥੋਂ ਵੱਢਣਗੇ, ਤੇ ਲਾ ਕੇ ਨਾ ਸਿਰ, ਤੇ ਫਿਰ ਇੱਥੇ ਮਾਤਾ ਜਿਹੜੀ ਆ ਚੰਡਕਾ, ਉਹਦੇ ਚਰਨਾਂ ਦੇ ਵਿੱਚ ਭੇਟਾ ਚੜਾਉਣਗੇ। ਪੂਜ ਗੋਰਜਾਂ ਕੇ ਬਰ ਪਾਵੇ। ਤੇ ਗੌਰਜਾਂ ਨੂੰ, ਇਸ ਦੇਵੀ ਨੂੰ ਪੂਜ ਕੇ ਤੇਰਾ ਸਿਰ ਤੇਰਾ ਦੇਣਾ, ਵਾਰ ਇਹਨਾਂ ਨੇ ਲੈਣੇ ਨੇ। ਕਹਿੰਦੇ ਵੇਖ ਬਾਲਿਆ ਕਿੱਡੀ ਹੈਰਾਨੀ ਵਾਲੀ ਬਾਤ, ਸਿਰ ਤੇਰਾ ਦੇਣਾ ਤੇ ਵਰ ਇਹਨਾਂ ਨੇ ਲੈਣੇ ਹਨ। ਮੈਂ ਬੋਲਿਓ ਤੈਂ ਝੂਠੇ ਉਚਾਰਾ। ਭਾਈ ਬਾਲਾ ਜੀ ਜਿਹੜੇ ਭਗਤੀ ਰੰਗ ਵਿੱਚ ਰੰਗੇ ਹੋਏ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਨਹੀਂ, ਇਹ ਸਭ ਝੂਠ ਹੈ। ਮਰਨ ਜੀਵਨ ਤਨ ਕੋ ਬਿਵਹਾਰਾ। ਮਰਨਾ ਤੇ ਜੀਵਣਾ ਸਰੀਰ ਦਾ ਧਰਮ ਹੈ। ਮਰਨਾ ਤੇ ਜਨਮਣਾ ਇਹ ਕੇਵਲ ਇਸ ਸਰੀਰ ਦਾ ਧਰਮ ਹੈ। ਪੰਜ ਤਤ ਮਿਲ ਸਿਰਜ ਸਰੀਰਾ। ਪੰਜਾਂ ਤੱਤਾਂ ਨੇ ਮਿਲ ਕੇ ਆ ਸਰੀਰ ਦੀ ਰਚਨਾ ਕੀਤੀ। ਪੰਜ ਤਤ ਕਰ 25 ਪ੍ਰਕਿਰਤੀ ਸਹਿਤ ਇਸ ਸਰੀਰ ਦੀ ਰਚਨਾ ਹੋਈ ਹੈ। ਬਿਨਸ ਜਾਤ ਜਬ ਊਤ ਬਖੀਰਾ। ਜਦੋਂ ਇਹ ਵੱਖਰੇ ਵੱਖਰੇ ਹੁੰਦੇ ਆ ਤੇ ਫਿਰ ਇਹ ਸਰੀਰ ਬਿਨਸ ਜਾਂਦਾ ਹੈ। ਆਤਮ ਵਿਕੇ ਨਾ ਜਨਮ ਨਾ ਮਰਨਾ। ਮਰਦਾਨਿਆ ਜਿਹੜਾ ਮੇਰਾ ਸਵਰੂਪ ਹੈ ਨਾ ਆਤਮਾ, ਉਹ ਨਾ ਜੰਮਦੀ ਆ ਨਾ ਮਰਦੀ ਆ, ਉਹਦੀ ਇਹ ਬਲੀ ਨਹੀਂ ਦੇ ਸਕਦੇ, ਉਹਨੂੰ ਇਹ ਕੱਟ ਨਹੀਂ ਸਕਦੇ। ਮਰਦਾਨਿਆ ਮੇਰਾ ਉਹ ਸਵਰੂਪ ਹੈ ਜਿਸ ਦਾ ਨਾ ਜਨਮ ਹੈ ਨਾ ਹੀ ਮਰਨ ਹੈ। ਹਰਖ ਨ ਸ਼ੋਕ ਨ ਕਹਿਤੇ ਡਰਨਾ। ਜਿੱਥੇ ਨਾ ਹਰਖ ਹੈ ਨਾ ਸੋਗ ਹੈ, ਤੇ ਜਿੱਥੇ ਨਾ ਹੀ ਕਿਸੇ ਕੋਲੋਂ ਡਰਨਾ ਹੈ। ਡਰ ਕੋਈ ਨਹੀਂ ਜੇ ਉੱਥੇ ਮਰਦਾਨੇ ਆ ਜਿੱਥੇ ਮੈਂ ਪਹੁੰਚਿਆ। ਮੇਰੇ ਗੁਰੂ ਬਾਬੇ ਨੇ ਜਿੱਥੇ ਮੈਨੂੰ ਪਹੁੰਚਦਾ ਕੀਤਾ,
ਉੱਥੇ ਡਰ ਹੈ ਹੀ ਨਹੀਂ, ਉੱਥੇ ਜਨਮ ਮਰਨ ਹੈ ਹੀ ਨਹੀਂ, ਉੱਥੇ ਹਰਕ ਸੋਗ ਹੈ ਹੀ ਨਹੀਂ। ਮਾਰ ਨ ਸਕੇ ਤਾਹੇ ਕੋ ਮੇਰਾ ਉਹ ਸਵਰੂਪ ਜੋ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ। ਨਹਨੰ ਛਦੰਤੀ ਸ਼ਸਤਰਾਣ ਨਹਨੰ ਦਹੰਤੀ ਪਾਵਕਾ। ਮੇਰੇ ਉਸ ਸਵਰੂਪ ਨੂੰ ਨਾ ਕੋਈ ਸ਼ਸਤਰ ਕੱਟ ਸਕਦਾ, ਨਾ ਕੋਈ ਅਗਨੀ ਜਲਾ ਸਕਦੀ ਹੈ। ਉਹ ਸਵਰੂਪ ਹੈ, ਉਹਨੂੰ ਕਿਸੇ ਪ੍ਰਕਾਰ ਦੇ ਅਸਤਰ ਸ਼ਸਤਰ ਨਾਲ ਕੱਟਿਆ ਨਹੀਂ ਜਾ ਸਕਦਾ, ਉਹਨੂੰ ਜਲ ਡੁਬਾ ਨਹੀਂ ਸਕਦਾ, ਉਹਨੂੰ ਪਵਨ ਸੁਕਾ ਨਹੀਂ ਸਕਦੀ, ਉਸ ਨੂੰ ਅਗਨੀ ਜਲਾ ਨਹੀਂ ਸਕਦੀ, ਉਸ ਨੂੰ ਸ਼ਸਤਰ ਕੱਟ ਨਹੀਂ ਸਕਦਾ। ਸਤ ਚੇਤਨ ਨਿਤ ਆਨੰਦ ਜੋ। ਮੇਰਾ ਸਵਰੂਪ ਮਰਦਾਨਿਆ ਉਹ ਹੈ ਜਿਹੜਾ ਸਤ ਹੈ, ਚੈਤन्य ਹੈ ਔਰ ਆਨੰਦ ਸਵਰੂਪ ਹੈ। ਸਦਾ ਸਚਦਾਨੰਦ ਸਰਬੰ ਪਰਨਾਸੀ, ਉਹ ਮੇਰਾ ਸਵਰੂਪ ਹੈ। ਪਾਵਕ ਦਏ ਨਾ ਨੀਰ ਡੁਬੇ ਹੈ। ਜਿਸ ਨੂੰ ਨਾ ਅੱਗ ਸਾੜ ਸਕਦੀ ਹੈ, ਨਾ ਪਾਣੀ ਡੁਬੋ ਸਕਦਾ ਹੈ। ਕੋਟ ਸ਼ਸਤਰ ਸੋ ਨਹੀਂ ਛਿਦੇ ਹੈ। ਜਿਸ ਨੂੰ ਕਰੋੜਾਂ ਸ਼ਸਤਰ ਇਕੱਠੇ ਕੱਟ ਕੇ ਕੱਟ ਨਹੀਂ ਸਕਦੇ। ਜੀਵਨ ਮਰਨਾ ਮਾਨੇ ਪ੍ਰਾਨੀ। ਜਿਹੜੇ ਪ੍ਰਾਣੀ ਜੀਵਨ ਤੇ ਮਰਨਾ ਮੰਨਦੇ ਹਨ, ਤਨ ਹੰਕਾਰ ਸੋ ਜੇ ਅਗਿਆਨੀ। ਉਹ ਅਗਿਆਨੀ ਨੇ, ਜਿਹੜੇ ਸਰੀਰ ਦੇ ਹੰਕਾਰ ਚ ਰਹਿੰਦੇ, ਉਹ ਜੰਮਣਾ ਮਰਨਾ ਮੰਨਦੇ, ਉਹਨਾਂ ਨੂੰ ਹੈ ਵੀ ਜੀਵਨ ਮਰਨਾ ਹੈ। ਜਿਹੜੇ ਸਰੀਰ ਨਾਲ ਜੁੜੇ ਹੋਏ ਨੇ, ਅੰਤ ਸਮਾ ਤਨ ਆਨ ਲਗਤ ਜਬ। ਜਦੋਂ ਇਸ ਸਰੀਰ ਦਾ ਅੰਤਮ ਸਮਾਂ ਆਉਣ ਲੱਗਦਾ ਹੈ, ਕੋਈ ਉਪਾਏ ਨਾ ਰਾਖ ਸਕਤ ਤਬ। ਮਰਦਾਨਿਆਂ ਫਿਰ ਦੁਨੀਆ ਦਾ ਕੋਈ ਉਪਾਅ ਕਰ ਲੋ, ਇਹ ਸਰੀਰ ਰੱਖ ਨਹੀਂ ਸਕਦੇ। ਜਦੋਂ ਇਹਦਾ ਸਮਾਂ ਆ ਗਿਆ, ਜਦੋਂ ਇਹਦਾ ਸਮਾਂ ਆ ਗਿਆ ਨਾ ਮਰਦਾਨਿਆਂ, ਫਿਰ ਜਿੰਨੇ ਮਰਜ਼ੀ ਉਪਾਅ ਕਰ ਲੈਣ, ਵੈਦ ਇਕੱਠੇ ਹੋ ਕੇ, ਡਾਕਟਰ ਇਕੱਠੇ ਹੋ ਕੇ ਆਖਣ ਵੀ ਅਸੀਂ ਮਰਨ ਨਹੀਂ ਦੇਣਾ, ਫਿਰ ਰੱਖ ਨਹੀਂ ਸਕਣਗੇ। ਜਦੋਂ ਇਹਦਾ ਸਮਾਂ ਆ ਗਿਆ, ਜੇ ਨਾ ਸਮਾ ਮ੍ਰਿਤਿਉ ਕੋ ਅਬ ਹੋਈ। ਪਰ ਜੇ ਮਰਦਾਨਿਆਂ ਮੌਤ ਦਾ ਸਮਾਂ ਨਾ ਆਇਆ ਹੋਇਆ, ਜੇ ਹੁਣ ਮੌਤ ਨਾ ਆਈ ਹੋਈ, ਰੋਮ ਨ ਛੇਦ ਸਕੇ ਕਬ ਕੋਈ। ਫਿਰ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਤੇ ਜੇ ਮੌਤ ਆਈ ਹੋਈ ਤੇ ਮਰਦਾਨਿਆਂ ਕੋਈ ਬਚਾ ਨਹੀਂ ਸਕਦਾ। ਜੇ ਨਾ ਆਈ ਹੋਈ ਤੇ ਫਿਰ ਕਿਸੇ 'ਚ ਤਾਕਤ ਨਹੀਂ ਕਿ ਮੇਰੇ ਵਾਲ ਨੂੰ ਵੀ ਵਿੰਗਾ ਕਰ ਸਕਣ। ਇਹ ਤਾਂ ਹੁਣ ਮਹਾਰਾਜ ਜੀ ਦੇ ਵੱਸ ਹੈ। ਮੇਰੇ ਸਾਹਿਬ ਨੂੰ ਪਤਾ ਕਿ ਮੌਤ ਆਈ ਹੈ ਕਿ ਨਹੀਂ ਆਈ। ਤੇ ਜੇ ਆ ਵੀ ਜਾਏ ਤਾਂ ਸਰੀਰ ਨੇ ਮਰਨਾ, ਮੈਂ ਨਹੀਂ ਜੇ ਮਰਨਾ ਮਰਦਾਨਿਆਂ। ਮੇਰਾ ਤਾਂ ਮਰਨਾ ਹੋਣਾ ਹੀ ਨਹੀਂ, ਕਿਉਂਕਿ ਜੋ ਗੁਰਦੇਵ ਨੇ ਮੈਨੂੰ ਵਿਖਾ ਦਿੱਤਾ ਹੈ, ਉਸ ਸਵਰੂਪ ਨੂੰ ਵੇਖਣ ਤੋਂ ਬਾਅਦ ਹੁਣ ਨਾ ਮੇਰਾ ਜਨਮ ਹੋਣਾ ਤੇ ਨਾ ਹੀ ਮਰਨ ਹੋਣਾ ਹੈ। ਤੇ ਜੇ ਸਰੀਰ ਦੀ ਮੌਤ ਆਉਣੀ ਹੋਈ, ਕੋਈ ਬਚਾ ਨਹੀਂ ਸਕੇਗਾ। ਜੇ ਮੌਤ ਨਹੀਂ ਆਈ ਤਾਂ ਫਿਰ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ। ਦੇਸ਼ ਕਾਲ ਪੁਨ ਬਸਤ ਬਹੋਰੀ। ਦੇਸ਼, ਕਾਲ ਤੇ ਵਸਤੂ, ਤਰੇ ਚੀਜ਼ਾਂ ਹੁੰਦੀਆਂ। ਦੇਸ਼ ਉਹ ਜਗ੍ਹਾ ਜਿੱਥੇ ਮੌਤ ਆਉਣੀ ਹੈ। ਜਗ੍ਹਾ ਮਨੁੱਖ ਤੱਕ ਨਹੀਂ ਆਉਂਦੀ, ਖੁਦ ਮਨੁੱਖ ਉਸ ਜਗ੍ਹਾ ਤੇ ਚੱਲ ਕੇ ਜਾਂਦਾ ਜਿੱਥੇ ਅਖੀਰਲਾ ਸਾਹ ਲੈਣਾ ਹੁੰਦਾ। ਉਹਨੂੰ ਕਹਿੰਦੇ ਨੇ ਦੇਸ਼। ਇੱਕ ਹੁੰਦਾ ਕਾਲ। ਕਾਲ ਦਾ ਮਤਲਬ ਟਾਈਮ ਕਿੰਨਾ ਹੋਇਆ ਹੋਵੇਗਾ, ਕਿਹੜਾ ਸਮਾਂ, ਸਮਾਂ ਆ ਗਿਆ ਕਿ ਨਹੀਂ, ਕਿੰਨੇ ਵੱਜ ਕੇ ਕਿੰਨੇ ਮਿੰਟ ਤੇ ਪ੍ਰਾਣ ਜਾਣੇ, ਉਹਨੂੰ ਕਹਿੰਦੇ ਆ ਕਾਲ। ਤੀਸਰਾ ਹੈ ਵਸਤੂ। ਵਸਤੂ, ਕਾਰਨ ਕੀ ਬਣੇਗਾ। ਐਕਸੀਡੈਂਟ ਹੁੰਦਾ, ਹਾਰਟ ਅਟੈਕ ਹੁੰਦਾ, ਜਾਂ ਸੁੱਤਾ ਪਿਆ ਹੀ ਰਹਿ ਜਾਂਦਾ, ਕਾਰਨ ਵੀ ਤਾਂ ਕੋਈ ਨਾ ਕੋਈ ਬਣੇਗਾ ਨਾ। ਉਹਨੂੰ ਕਹਿੰਦੇ ਨੇ ਕਾਰਨ। ਦੇਸ਼, ਕਾਲ, ਵਸਤੂ। ਜਦੋਂ ਇਹ ਤਿੰਨੇ ਮਿਲ ਗਏ ਫਿਰ ਕੋਈ ਬਚਾ ਨਹੀਂ ਸਕਦਾ। ਜੇ ਇਹਨਾਂ ਤਿੰਨਾਂ ਚੋਂ ਇੱਕ ਵੀ ਮਿਸ ਹੋ ਗਿਆ ਤੇ ਫਿਰ ਦੁਨੀਆ ਦੀ ਵੱਡੀ ਤੋਂ ਵੱਡੀ ਸ਼ਕਤੀ ਤਾਕਤ ਹੋਵੇ, ਮਾਰ ਨਹੀਂ ਸਕਦੀ। ਉਦੋਂ ਤੱਕ ਕਾਲ ਵੀ ਇਹਦੀ ਰੱਖਿਆ ਕਰਦਾ। ਭਾਈ ਸੁੱਖਾ ਸਿੰਘ ਜੀ, ਜਿਹਨਾਂ ਮੱਸੇ ਰੰਗੜ ਦਾ ਸਿਰ ਵੱਢਿਆ, ਘਰਦਿਆਂ ਨੇ ਸੁੱਤੇ ਪਏ ਨੂੰ ਕੋਈ ਨਸ਼ੇੜੀ ਚੀਜ਼ ਖਵਾ ਕੇ ਬੇਹੋਸ਼ ਕਰਕੇ ਕੇਸ ਕੱਢ ਦਿੱਤੇ ਵੀ ਸਿੰਘਾਂ 'ਚ ਨਾ ਰਲੇ।
ਸਵੇਰੇ ਜਦੋਂ ਹੋਸ਼ ਵਿੱਚ ਆਇਆ ਤੇ ਵੇਖਿਆ, ਹੱਥ ਮਾਰਿਆ ਸਿਰ ਤੇ, ਕੇਸਰੀ। ਪਹਿਲਾਂ ਦਾ ਮਨ ਕੀਤਾ ਵੀ ਮਾਂ ਪਿਓ ਨੂੰ ਕਤਲ ਕਰ ਦਿਆਂ, ਫਿਰ ਸੋਚਿਆ ਵੀ ਵੱਡਾ ਪਾਪ ਹੋਵੇਗਾ ਮਾਰਨਾ ਮਾਂ ਪਿਓ ਨੂੰ। ਲਾਗੇ ਖੂਹ ਸੀ ਭਾਈ ਸੁੱਖਾ ਸਿੰਘ ਜੀ ਦੇ, ਮਾੜੀ ਕੰਬੋ ਕੀ ਪਿੰਡ ਸੀ। ਉਸ ਖੂਹ 'ਚ ਛਾਲ ਮਾਰ ਦਿੱਤੀ ਆਤਮ ਹੱਤਿਆ ਕਰਨ ਲਈ। ਪਾਣੀ ਵਾਹਵਾ ਡੂੰਘਾ ਸੀ ਪਰ ਪਾਣੀ ਮਾਰੇ ਹੀ ਨਾ, ਡੁੱਬ ਡੁੱਬ ਜਾਣ ਥੱਲੇ, ਗੋਤੇ ਪਾਣੀ ਫਿਰ ਤਾਰ ਦਿਆ ਕਰੇ। ਬਾਹਰ ਖਲੋਤੇ ਕਹਿਣ ਲੱਗ, ਰੱਸਾ ਸੁੱਟ ਕੇ ਵੀ ਬਾਹਰ ਆ ਜਾ। ਕਹਿੰਦਾ ਮੈਂ ਨਹੀਂ ਆਉਂਦਾ, ਪਰ ਪਾਣੀ ਮਾਰੇ ਹੀ ਨਾ। ਇੰਨੇ ਨੂੰ ਇੱਕ ਸਿੰਘ ਆ ਗਿਆ, ਉਹਨੇ ਆਖਿਆ, ਉਹ ਸੁੱਖਾ ਸਿਆਂ, ਤੂੰ ਆਪ ਤਾਂ ਨਹੀਂ ਨਾ ਪਤਿਤ ਹੋਇਆ, ਘਰਦਿਆਂ ਨੇ ਬੇਹੋਸ਼ੀ ਦੀ ਹਾਲਤ 'ਚ ਕੀਤਾ, ਤੂੰ ਪੱਕਾ ਹੀ ਹੈ। ਤੇ ਏਦਾਂ ਮਰਨ ਨਾਲ ਕੀ, ਜੇ ਤੇਰ ਮਰਨਾ ਹੁੰਦਾ ਤੂੰ ਮਰ ਜਾਂਦਾ ਹੁਣ ਤਾਈਂ। ਜੇ ਤੈਨੂੰ ਕਲਗੀਧਰ ਨੇ ਰੱਖ ਲਿਆ, ਇਹਦਾ ਮਤਲਬ ਤੂੰ ਵੈਰੀਆਂ ਨੂੰ ਮਾਰ ਕੇ ਮਰਨਾ, ਹਾਲੇ ਕਈਆਂ ਨੂੰ। ਸਤਿ ਸ੍ਰੀ ਅਕਾਲ। ਭਾਈ ਸੁੱਖਾ ਸਿੰਘ ਜੀ ਬਾਹਰ ਆ ਗਏ, ਕਹਿੰਦੇ ਤਾਂ ਠੀਕ ਹੈ। ਬਾਬੇ ਸ਼ਾਮ ਸਿੰਘ ਨਾਰਲੇ ਵਾਲਿਆਂ ਦੇ ਕੋਲ ਜਾ ਕੇ ਦੁਬਾਰਾ ਅੰਮ੍ਰਿਤ ਛਕਿਆ, ਸਿੰਘਾਂ ਵਿੱਚ ਰਲ ਗਏ। ਜਦੋਂ ਕਿਤੇ ਜੰਗ ਹੁੰਦਾ, ਯੁੱਧ ਹੁੰਦਾ, ਸਭ ਤੋਂ ਮੂਹਰੇ ਹੋ ਕੇ ਲੜਦੇ ਤੇ ਸੋਚਦੇ ਜੇ ਮਰਨਾ ਹੁੰਦਾ ਉਦੋਂ ਹੀ ਮਰ ਜਾਂਦਾ। ਜਦੋਂ ਤੱਕ ਆਈ ਨਹੀਂ ਉਦੋਂ ਤੱਕ ਕੋਈ ਮਾਰ ਨਹੀਂ ਸਕਦਾ। ਬਦਾਲੀ ਦੀ ਹਿੱਕ ਵਿੱਚ ਜਾ ਕੇ ਵੱਜਣ ਨੂੰ ਫਿਰਦੇ ਸੀ ਭਾਈ ਸੁੱਖਾ ਸਿੰਘ ਜੀ। ਉਹ ਕਹਿੰਦੇ ਜੇ ਤਿੰਨਾਂ ਵਿੱਚੋਂ ਇੱਕ ਨਹੀਂ ਹੈ ਦੇਸ਼ ਕਾਲ ਵਸਤੂ ਚੋਂ, ਫਿਰ ਮੌਤ ਨਹੀਂ ਆ ਸਕਦੀ। ਭਾਈ ਸਾਹਿਬ ਭਾਈ ਬਾਲਾ ਜੀ ਕਹਿ ਰਹੇ ਨੇ, ਦੇਸ਼ ਕਾਲ ਪੁਨ ਬਸਤ ਬਹੋਰੀ। ਇਹ ਵਿਚਾਰ ਆਪਾਂ ਕੱਲ ਦੇ ਪ੍ਰਸੰਗ 'ਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪਾਤਸ਼ਾਹ ਜੀ ਦੇ ਘਰ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਜਿਸ ਦਾ ਸਾਹਿਬ ਡਾਢਾ ਹੋਏ, 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 ਤਿਸਨੋ ਮਾਰ ਨ ਸਕੈ ਕੋਇ, ਤਿਸਨੋ ਮਾਰ ਨ ਸਕੈ ਕੋਇ, ਤਿਸ ਨੂੰ ਮਾਰ ਨ ਸਕੈ ਕੋਇ, ਤਿਸ ਨੂੰ ਮਾਰ ਨ ਸਕੈ ਕੋਇ, ਤਿਸਨੋ ਮਾਰ ਨ ਸਕੈ ਕੋਇ, ਤਿਸਨੋ ਮਾਰ ਨ ਸਕੈ ਕੋਇ, ਤਿਸਨੋ ਮਾਰ ਨ ਸਕੈ ਕੋਇ, ਤਿਸ ਨੂੰ ਮਾਰ ਨ ਸਕੈ ਕੋਇ, ਜਿਸ ਦਾ ਸਾਹਿਬ ਡਾਢਾ ਹੋਏ, 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 ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੈ ਸੰਗ